ਅੱਜ ਦਾ ਵਿਸ਼ਾ ਏ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਏ। ਕੈਂਸਰ ਹੋਣ ਤੋਂ ਬਚਾਓ ਵਿੱਚ ਬਹੁਤ ਵੱਡਾ ਰੋਲ ਏ। ਠੀਕ ਹੈ। ਕੈਂਸਰ ਹੋ ਚੁੱਕਿਆ ਹੋਏ ਤਾਂ ਉਸ ਨੂੰ ਓਨੀ ਤੇਜ਼ੀ ਨਾਲ ਨਹੀਂ ਫੈਲਣ ਦਿੰਦਾ। ਇਹਨੂੰ ਸੁਪਰ ਫੂਡ ਦਾ ਨਾਂ ਦਿੱਤਾ ਵੀ ਏਡਾ ਨਿੱਕਾ ਜਿਹਾ ਬੂਟਾ ਤੇ ਨਾ ਇਹਦੇ ਵਿੱਚ ਕਮਾਲ ਦਾ ਕੰਮ ਕੀਤਾ ਪਿਆ ਵੀ ਰੱਬ ਨੇ ਇੰਨੀਆਂ ਪ੍ਰੋਟੀਨ ਕਿਵੇਂ ਭਰ ਦਿੱਤੀਆਂ ਕਿ ਇਸ ਤੋਂ ਤਗੜਾ ਅੱਜ ਤੱਕ ਕੋਈ ਐਂਟੀਆਕਸੀਡੈਂਟ ਨਾ ਇਨਸਾਨ ਬਣਾ ਸਕਿਆ ਜੇ ਤੇ ਨਾ ਹੀ ਹੋਰ ਲੱਭਿਆ ਗਿਆ ਹੈ। ਕਿ ਦੁਨੀਆ ਦਾ ਹਰ ਅੰਸ਼ ਜੋ ਕਿਸੇ ਵੀ ਖੁਰਾਕ ਵਿੱਚ ਪੋਸਟ ਹੋਣਾ ਚਾਹੀਦਾ, ਇੱਕ ਇਨਸਾਨ ਨੂੰ ਚਾਹੀਦਾ, ਸਾਰੇ ਦੇ ਸਾਰੇ ਅੰਸ਼। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅਸੀਂ ਦੋ ਜਣੇ ਤੁਹਾਡਾ ਖਾਸ ਤੌਰ ਤੇ ਸਵਾਗਤ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਮੈਂ ਹਰਸ਼ਰਨ ਕੌਰ ਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਾਡੇ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ, ਜਿਹੜੇ ਕਿ ਹਰ ਹਫ਼ਤੇ ਸਾਨੂੰ ਬਹੁਤ ਹੀ ਵਡਮੁੱਲੀਆਂ ਗੱਲਾਂ ਦੱਸਦੇ ਨੇ ਸਾਡੀ ਸਿਹਤ ਨੂੰ ਲੈ ਕੇ। ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਕੁਦਰਤ ਨੇ ਸਾਨੂੰ ਜਿਹੜੇ ਦਿੱਤੇ ਨੇ ਪਦਾਰਥ, ਉਹਨਾਂ ਨੂੰ ਕਿਵੇਂ ਵਰਤਣਾ ਹੈ, ਕਿਵੇਂ ਖਾਣਾ ਹੈ, ਉਹਦੀ ਸਾਨੂੰ ਭਰਪੂਰ ਜਾਣਕਾਰੀ ਹੈ ਜਿਹੜੀ ਉਹ ਦਿੰਦੇ ਨੇ। ਪਿਛਲੀ ਵਾਰੀ ਆਪਾਂ ਸੇਬ ਤੇ ਗੱਲ ਕੀਤੀ ਸੀ ਤੇ ਇਸ ਵਾਰੀ ਕਿਹੜੇ ਆਪਾਂ ਖਾਣ ਦਾ ਪਦਾਰਥ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ, ਡਾਕਟਰ ਸਾਹਿਬ ਤੋਂ ਪੁੱਛਾਂਗੇ। ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਜਿਹੜੀ ਤੁਹਾਨੂੰ ਹਰ ਵਾਰੀ ਅਸੀਂ ਬੇਨਤੀ ਕਰਦੇ ਹਾਂ ਉਹ ਮੈਂ ਜ਼ਰੂਰ ਕਰਨਾ ਚਾਹਾਂਗੀ। ਤੁਸੀਂ ਸਾਰੇ ਜਿਹੜੇ ਸਾਡੇ ਦਰਸ਼ਕ ਹੋ ਸਾਡੇ ਲਈ ਬਹੁਤ ਅਹਿਮੀਅਤ ਰੱਖਦੇ ਹੋ, ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਫੋਨ ਬਿਲਕੁਲ ਨਾ ਕੀਤਾ ਜਾਵੇ ਇਸ ਪ੍ਰੋਗਰਾਮ ਦੇ ਵਿੱਚ। ਡਾਕਟਰ ਹਰਸ਼ਿੰਦਰ ਕੌਰ ਨੂੰ ਫੋਨ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਵਾਲ ਪੁੱਛਦੇ ਨੇ ਆਪੋ ਆਪਣੀ ਸਿਹਤ ਨੂੰ ਲੈ ਕੇ, ਜਾਂ ਫਿਰ ਜਿਹੜੇ ਵੀ ਵਿਸ਼ੇ ਦੇ ਉੱਤੇ ਪ੍ਰੋਗਰਾਮ ਕੀਤਾ ਹੁੰਦਾ ਹੈ ਉਸ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਨੇ। ਸੋ ਫੋਨ ਨਾ ਸੁਣਨ ਦੀ ਸਮੱਸਿਆ ਇਹ ਹੈ ਕਿ ਉਹਨਾਂ ਦੀ ਮਤਲਬ ਦਿਨ ਦੇ ਵਿੱਚ 8 ਘੰਟੇ, ਕਈ ਵਾਰੀ ਤਾਂ 12 ਘੰਟੇ ਡਿਊਟੀ ਹੁੰਦੀ ਹੈ, ਐਮਰਜੈਂਸੀ ਦੇ ਵਿੱਚ ਹੁੰਦੀ ਹੈ, ਤੇ ਬਾਕੀ ਪੇਪਰ ਚੱਲ ਰਹੇ ਨੇ MBBS ਵਾਲੇ ਵਿਦਿਆਰਥੀਆਂ ਦੇ, ਉਹਨਾਂ ਦੇ ਵਿੱਚ ਉਹ ਡਿਊਟੀ ਹੁੰਦੀ ਹੈ। ਸੋ ਫੋਨ ਨਹੀਂ ਸੁਣ ਪਾਉਂਦੇ, ਤੇ ਜੇ ਫੋਨ ਉਹ ਨਹੀਂ ਚੱਕ ਪਾਉਂਦੇ, ਨਹੀਂ ਸੁਣ ਪਾਉਂਦੇ, ਤੇ ਕਈ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਮਜਬੂਰੀ ਨਹੀਂ ਸਮਝਦੇ ਹੈਗੇ ਤੇ ਕੁਛ ਕਈ ਵਾਰੀ ਊਟ ਪਟਾਂਗ ਵੀ ਬੋਲ ਜਾਂਦੇ ਨੇ, ਕਹਿੰਦੇ ਹੋਏ ਮੈਨੂੰ ਬੜੀ ਸ਼ਰਮ ਆ ਰਹੀ ਹੈ, ਪਰ ਇਹ ਹੋ ਰਿਹਾ। ਸੋ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਜੇ ਕੁਝ ਵੀ ਆਪਾਂ ਡਾਕਟਰ ਸਾਹਿਬ ਤੋਂ ਪੁੱਛਣਾ, ਈਵਨ ਅਸੀਂ ਵੀ ਕੁਝ ਪੁੱਛਣਾ ਹੋਵੇ, ਅਸੀਂ ਵੀ ਫੋਨ ਨਹੀਂ ਕਰਦੇ ਹੈਗੇ। ਜੇ ਆਪਣੀ ਸਿਹਤ ਨੂੰ ਲੈ ਕੇ ਤੁਸੀਂ ਕੁਝ ਵੀ ਪੁੱਛਣਾ ਤਾਂ ਪਲੀਜ਼ ਰਜਿੰਦਰਾ ਹਸਪਤਾਲ ਪਟਿਆਲਾ ਜਾ ਕੇ ਡਾਕਟਰ ਸਾਹਿਬ ਨੂੰ ਮਿਲੋ, ਕਿਉਂਕਿ ਮਿਲ ਕੇ ਹੀ ਬਿਮਾਰੀ ਦਾ ਪਤਾ ਲੱਗਦਾ ਹੈ। ਇਹ ਪ੍ਰੋਗਰਾਮ ਸਿਰਫ ਤੇ ਸਿਰਫ ਖਾਣ ਪੀਣ ਵਾਲੇ ਜਿਹੜੇ ਕੁਦਰਤੀ ਪਦਾਰਥ ਨੇ ਉਹਨਾਂ ਦੇ ਉੱਤੇ ਜਿਹੜੀਆਂ ਖੋਜਾਂ ਹੋਈਆਂ ਨੇ ਦੁਨੀਆ ਦੇ ਵਿੱਚ, ਉਹਨਾਂ ਬਾਰੇ ਜਾਣਕਾਰੀ ਦੇਣ ਵਾਲਾ ਪ੍ਰੋਗਰਾਮ ਹੈ। ਇਹ ਕੋਈ ਬਿਮਾਰੀਆਂ ਦੇ ਇਲਾਜ ਵਾਲਾ ਪ੍ਰੋਗਰਾਮ ਨਹੀਂ ਹੈ। ਸੋ ਤੁਸੀਂ ਸਾਡੇ ਸਾਰੇ ਬਹੁਤ ਪਿਆਰੇ ਦਰਸ਼ਕ ਹੋ, ਕਿਰਪਾ ਕਰਕੇ ਸਾਡੀ ਇਸ ਬੇਨਤੀ ਨੂੰ ਜ਼ਰੂਰ ਕਬੂਲ ਕਰਿਓ। ਸੋ ਹੁਣ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਖਾਲਸ ਖਾਣਾ ਦੇ ਵਿੱਚ। ਕੀ ਹਾਲ ਹੈ ਤੁਹਾਡਾ ਤੇ ਆਪਾਂ ਅੱਜ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਹੈ, ਜਾਣਕਾਰੀ ਦੇਣੀ ਹੈ? ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ, ਬਹੁਤ ਧੰਨਵਾਦ। ਉਹਨਾਂ ਨੇ ਇੰਨਾ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਕਈ ਵਾਰ ਸਾਡਾ ਵੈਸੇ ਹੀ ਚਿੱਤ ਕਰ ਆਉਂਦਾ ਕਿ ਅਸੀਂ ਪ੍ਰੋਗਰਾਮ ਸੁਣਿਆ ਤੇ ਸਾਨੂੰ ਚੰਗਾ ਲੱਗਿਆ ਤੇ ਅਸੀਂ ਵਧਾਈ ਦੇ ਦਈਏ। ਬਹੁਤ ਤੁਹਾਡਾ ਉਸ ਵਾਸਤੇ ਦਿਲੋਂ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੀ। ਪਰ ਸਹੀ ਕਹਿੰਦੇ ਹੋ ਤੁਸੀਂ ਹਰਸ਼ਰਨ ਜੀ, ਜਦੋਂ ਕੋਈ ਬਿਮਾਰੀ ਵੱਲੋਂ, ਕਿਉਂਕਿ ਮੈਂ ਹੋਈ ਡਾਕਟਰ, ਸਾਰਾ ਦਿਨ ਵਾਹ ਹੀ ਮਰੀਜ਼ਾਂ ਨਾਲ ਪੈਣਾ, ਤੇ ਕਿਸੇ ਵੀ ਬਿਮਾਰ ਲਈ ਜਦੋਂ ਕੋਈ ਕਿਸੇ ਪਾਸਿਓਂ ਰਾਹ ਦਿਸਦਾ ਹੋਏ ਕਿ ਮੈਂ ਠੀਕ ਹੋ ਸਕਦਾ ਤਾਂ ਜ਼ਰੂਰ ਉਸ ਪਾਸੇ ਵੱਲ ਉਹਦਾ ਉਲਾਰ ਹੋ ਜਾਂਦਾ। ਪਰ ਇਹ ਜਿਸ ਤਰੀਕੇ ਦੀ ਅਸੀਂ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਵਿੱਚ, ਕਿਉਂਕਿ ਇਹ ਖੁਰਾਕ ਦੇ ਨਾਲ ਸੰਬੰਧਿਤ ਹੈ, ਇਹਦੇ ਵਿੱਚ ਪਹਿਲੀ ਬੜੀ ਸਪਸ਼ਟ ਕਰਦੀ ਹੈ ਕੋਈ ਜਾਦੂ ਟੋਣੇ ਵਰਗੀ ਚੀਜ਼ ਹੁੰਦੀ ਹੀ ਨਹੀਂ। ਇਹ ਨਹੀਂ ਅੱਜ ਪਿਆਜ਼ ਖਾਵਾਂਗੇ, ਅੱਜ ਚੁਕੰਦਰ ਖਾ ਲਵਾਂਗੇ, ਕੱਲ ਨੂੰ ਠੀਕ ਹੋ ਜਾਵਾਂਗੇ, ਇਸ ਤਰ੍ਹਾਂ ਦੀ ਚੀਜ਼ ਬਿਲਕੁਲ ਨਹੀਂ ਹੁੰਦੀ। ਤੁਹਾਨੂੰ ਸੰਪੂਰਨ ਸਿਹਤ ਬਖਸ਼ਦੀ ਹੈ। ਸਾਡਾ ਮਕਸਦ ਹੈ ਸਿਰਫ
ਕਿਉਂਕਿ ਇੰਟਰਨੈਟ ਤੇ ਇੰਨਾ ਕੁਝ ਅੱਜ ਕੱਲ੍ਹ ਮਿਲ ਜਾਂਦਾ ਹੈ ਕਿ ਲੋਕ ਕਈ ਵਾਰ ਇਹ ਨਹੀਂ ਸਮਝ ਸਕਦੇ ਕਿਹੜੀ ਗੱਲ ਸੱਚ ਹੈ, ਕਿਹੜੀ ਝੂਠ ਹੈ, ਕਿੰਨਾ ਲਈਏ ਕਿੰਨਾ ਨਾ ਲਈਏ। ਤੇ ਇਹ ਪ੍ਰੋਗਰਾਮ ਵਿੱਚ ਸਿਰਫ ਤੇ ਸਿਰਫ ਅਸੀਂ ਖੋਜਾਂ ਦਾ ਨਿਚੋੜ ਦੱਸਦੇ ਹਾਂ। ਉਹਨਾਂ ਤੋਂ ਇਲਾਵਾ ਕੁਦਰਤ ਨੇ ਇੰਨੀਆਂ ਬੇਅੰਤ ਚੀਜ਼ਾਂ ਭਰੀਆਂ, ਸ਼ਾਇਦ ਆਉਣ ਵਾਲੇ ਸਮੇਂ 'ਚ ਹੋਰ ਖੋਜਾਂ ਚੱਲਦੀਆਂ ਰਹਿਣ, ਉਹਨਾਂ 'ਚ ਹੋਰ ਨਵੀਆਂ ਚੀਜ਼ਾਂ ਪਤਾ ਲੱਗਣ, ਉਹ ਤਾਂ ਸਮਾਂ ਹੀ ਦੱਸੇਗਾ। ਪਰ ਸਾਡਾ ਮਕਸਦ ਹੈ ਹੁਣ ਤੱਕ ਦੀਆਂ ਹੋਈਆਂ ਖੋਜਾਂ ਤੁਹਾਡੇ ਤੱਕ ਲੈ ਆਈਏ। ਉਸ ਤੋਂ ਬਾਅਦ ਜੇ ਕਿਸੇ ਵੀ ਕਿਸਮ ਦੀ ਬਿਮਾਰੀ ਵਿੱਚ ਕਿੰਨਾ ਵਰਤਣਾ ਜਾਂ ਕਿਵੇਂ ਉਸ ਖੁਰਾਕ ਨੂੰ ਖਾਣਾ, ਉਸ ਲਈ ਹਰ ਸਰੀਰ ਵੱਖ ਅਸਰ ਦਿਖਾਉਂਦਾ ਜੀ, ਕਿਉਂਕਿ ਸਰੀਰ ਕਦੇ ਵੀ ਕੁਦਰਤ ਨੇ 1+1=2 ਨਹੀਂ ਬਣਾਇਆ ਹੁੰਦਾ। ਕਿਸੇ ਨੇ ਰੱਤੀ ਮਿਰਚ ਵੀ ਨਹੀਂ ਸਹਾਰਨੀ, ਕਿਸੇ ਸਰੀਰ ਨੇ ਕੱਚੀਆਂ ਮਿਰਚਾਂ ਹਰੀਆਂ ਖਾ ਜਾਣੀਆਂ। ਬਿਲਕੁਲ ਇਸੇ ਤਰ੍ਹਾਂ ਹਰ ਸਰੀਰ ਜੋ ਬਿਮਾਰੀ ਜਿਸ ਨੂੰ ਹੋਈ ਹੁੰਦੀ, ਜੇ ਉਸਨੂੰ ਬਗੈਰ ਚੈੱਕਅਪ ਦੇ ਉੱਕਾ ਹੀ ਕੁਝ ਨਹੀਂ ਦੱਸਿਆ ਜਾ ਸਕਦਾ। ਬਹੁਤ ਸਾਰੇ ਬਜ਼ੁਰਗ ਇਹ ਫੋਨ ਕਰਦੇ ਨੇ, ਸਾਰਾ ਦਿਨ ਕਰਦੇ ਰਹਿੰਦੇ ਨੇ ਕਿ ਸਾਨੂੰ ਇਹ ਬਿਮਾਰੀ ਹੈ, ਮੈਨੂੰ ਵੀ ਸ਼ਰਮ ਮਹਿਸੂਸ ਹੋ ਰਹੀ ਹੈ, ਕਹਿ ਦਿੰਦੇ ਨੇ ਬੱਚੇ ਨਹੀਂ ਲਿਆਉਂਦੇ, ਸਾਡਾ ਖਿਆਲ ਨਹੀਂ ਰੱਖਦੇ ਪਏ, ਤੇ ਸਾਨੂੰ ਦੱਸੋ ਕਿਵੇਂ ਬਿਮਾਰੀ ਨੂੰ ਅਸੀਂ ਆਰਾਮ ਦੇਈਏ। ਉਹ ਗੱਲ ਦਰਅਸਲ ਬਿਮਾਰੀ ਦੀ ਜਿੱਥੇ ਸ਼ੁਰੂ ਹੁੰਦੀ ਹੈ, ਉੱਥੇ ਮੇਰਾ ਖਿਆਲ ਹੈ ਜਿਹੜੇ ਵੀ ਇਹ ਬਜ਼ੁਰਗ ਕਹਿ ਰਹੇ ਨੇ ਸਾਡੇ ਬੱਚੇ ਅੱਜ ਨਹੀਂ ਖਿਆਲ ਰੱਖਦੇ, ਅਸੀਂ ਬੜੇ ਇਹੋ ਜਿਹੇ ਕੇਸ ਵੇਖੇ ਨੇ ਜਿਨ੍ਹਾਂ ਦੇ ਬੱਚੇ ਅੱਗੋਂ ਫਿਰ ਉਹਨਾਂ ਦਾ ਆਪਣਾ ਖਿਆਲ ਵੀ ਨਹੀਂ ਰੱਖਦੇ, ਕਿਉਂਕਿ ਉਹਨਾਂ ਨੇ ਉਹੀ ਕੁਝ ਦੇਖਣਾ ਹੁੰਦਾ। ਮੇਰੀ ਬੇਨਤੀ ਹੈ ਜਿਹੜੇ ਇਸ ਤਰ੍ਹਾਂ ਦੇ ਹਾਲ ਵਿੱਚ ਹਨ ਉਹ ਬਜ਼ੁਰਗਾਂ ਦਾ ਖਿਆਲ ਰੱਖਣ, ਇੱਕ ਵਾਰ ਡਾਕਟਰ ਕੋਲ ਲੈ ਜਾਣ, ਚੰਗੀ ਗੱਲ ਹੈ, ਚੈੱਕਅਪ ਪੂਰਾ ਹੋ ਜਾਏਗਾ। ਉਸ ਤੋਂ ਅੱਗੇ ਦੀ ਖੁਰਾਕ ਦਾ ਕਿਵੇਂ ਖਿਆਲ ਰੱਖਣਾ ਬਾਰੇ ਜ਼ਰੂਰ ਦੱਸਿਆ ਜਾ ਸਕੇਗਾ, ਪਰ ਪਹਿਲਾਂ ਚੈੱਕਅਪ ਹੋਣਾ ਬਹੁਤ ਜ਼ਰੂਰੀ ਹੈ ਕਿ ਕਿੰਨੀ ਬਿਮਾਰੀ ਹੈ ਤੇ ਕਿੰਨੀ ਵਧੀ ਹੋਈ ਹੈ। ਉਸ ਹਿਸਾਬ ਨਾਲ ਖੁਰਾਕ ਵਿੱਚ ਤਬਦੀਲੀ ਕਈ ਵਾਰ ਬਾਕਮਾਲ ਅਸਰ ਦਿਖਾ ਜਾਂਦੀ ਹੈ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਉਸ ਤੋਂ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਬਹੁਤ ਪਿਆਰੇ ਦਰਸ਼ਕ ਨੇ ਉਹ ਸਾਡੀ ਗੱਲ ਜ਼ਰੂਰ ਮੰਨਣਗੇ। ਸੋ ਡਾਕਟਰ ਸਾਹਿਬ, ਅੱਜ ਫਿਰ ਆਪਾਂ ਕਿਹੜੇ ਵਿਸ਼ੇ ਤੇ ਜਾਣਕਾਰੀ ਦੇ ਰਹੇ ਹਾਂ? ਦੇਖੋ, ਜਿਹੜਾ ਅੱਜ ਦਾ ਵਿਸ਼ਾ ਹੈ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਮੈਂ ਉਸ ਬਾਰੇ ਗੱਲ ਕਰਨ ਲੱਗੀ ਹਾਂ ਕਿਉਂਕਿ ਦੁਨੀਆ ਭਰ ਵਿੱਚ ਕੁਝ ਸੁਪਰ ਫੂਡਸ ਬਣਾਏ ਗਏ ਸਨ ਕਿ ਇਹ ਖਾਣੇ ਉਹ ਨੇ ਜਿਨ੍ਹਾਂ ਦੇ ਨਾਲ ਤੁਸੀਂ ਬਹੁਤ ਤਗੜੀਆਂ ਬਿਮਾਰੀਆਂ, ਜਿਨ੍ਹਾਂ 'ਚ ਫੈਲੇ ਹੋਏ ਕੈਂਸਰ ਤੱਕ ਵਿੱਚ ਤੁਸੀਂ ਉਹਦੇ ਵਿੱਚ ਲੰਬੀ ਉਮਰ ਭੋਗ ਸਕਦੇ ਹੋ। ਮੈਂ ਕਈ ਕੈਂਸਰ ਦੇ ਮਰੀਜ਼ਾਂ ਵਿੱਚ ਦੇਖਿਆ ਇਹ ਵਰਤਣ ਤੋਂ ਬਾਅਦ, ਜਿਨ੍ਹਾਂ ਦੀ ਸ਼ਾਇਦ 6 ਮਹੀਨੇ ਹੀ ਉਮਰ ਸੀ, 7 ਸਾਲ ਤੱਕ ਉਹਨਾਂ ਨੇ ਉਮਰ ਭੋਗੀ ਅੱਗੋਂ। ਇਸ ਨੂੰ ਮੇਰਾ ਦੇਖੋ ਆਪਣਾ ਨਹੀਂ ਬਣਾਇਆ ਹੋਇਆ, ਯੂਨਾਈਟਿਡ ਨੇਸ਼ਨਸ ਨੇ ਹੀ ਸੰਨ 1974 ਵਿੱਚ, ਤੁਸੀਂ ਵੇਖ ਲਓ, ਖੋਜਾਂ ਹਲੇ ਉਸ ਤੋਂ ਬਾਅਦ ਲਗਾਤਾਰ ਚੱਲ ਰਹੀਆਂ ਨੇ। ਅੱਜ 70 ਰੁਪਏ ਦਾ ਇੱਕ ਕੈਪਸੂਲ ਵੀ ਜੇ, ਕੁਛ ਦਵਾਈਆਂ ਵਿੱਚ ਇਹ ਇੰਨਾ ਮਹਿੰਗਾ ਜੇ ਜਿਹੜਾ ਸ਼ਾਇਦ ਖਰੀਦੋਂ ਬਾਹਰ ਹੀ ਹੋਇਆ ਪਿਆ, ਉਹ ਵੀ ਦਵਾਈਆਂ ਬਣ ਚੁੱਕੀਆਂ ਨੇ ਇਸ ਤੋਂ। ਪਰ ਗੱਲ ਇਹ ਹੈ ਕਿ ਇਹ ਦੁਨੀਆ ਦਾ ਬਿਹਤਰੀਨ ਖਾਣਾ ਮੰਨਿਆ ਗਿਆ ਸੀ ਸੰਨ 1974 ਵਿੱਚ, ਉਹ ਵੀ ਜਦੋਂ ਉਦੋਂ ਤੱਕ ਦੀਆਂ ਮਾੜੀਆਂ ਮੋਟੀਆਂ ਖੋਜਾਂ ਰਾਹੀਂ ਹੀ ਪਤਾ ਲੱਗਿਆ ਸੀ, ਵੀ ਯੂਨਾਈਟਿਡ ਨੇਸ਼ਨਸ ਨੇ। ਉਹ ਵੀ ਇਸ ਕਰਕੇ ਕਿ ਉਹਨਾਂ ਨੇ ਉਦੋਂ 60% ਇਸ 'ਚ ਪ੍ਰੋਟੀਨ ਭਰੇ ਲੱਭੇ ਸਨ। ਯਾਨੀ ਗੱਲ ਇਹ ਸੀ, ਉਹਨਾਂ ਨੇ ਦੇਖਿਆ ਕਿ ਇਹ ਖਾਣਾ ਲਗਭਗ ਅੰਡੇ ਦੇ ਬਰਾਬਰ ਦਾ ਇਹਦੇ 'ਚ ਜ਼ੋਰ ਹੈ। ਇਹ ਸੋਚਦਿਆਂ ਉਹਨਾਂ ਨੇ ਇਹਨੂੰ ਸੁਪਰ ਫੂਡ ਦਾ ਨਾਂ ਦਿੱਤਾ, ਵੀ ਏਡਾ ਨਿੱਕਾ ਜਿਹਾ ਬੂਟਾ ਤੇ ਤਾਂ ਇਹਦੇ ਵਿੱਚ ਕਮਾਲ ਦਾ ਕੰਮ ਕੀਤਾ ਪਿਆ ਵੀ ਰੱਬ ਨੇ ਇੰਨੀਆਂ ਪ੍ਰੋਟੀਨ ਕਿਵੇਂ ਭਰ ਦਿੱਤੀਆਂ। ਪਰ ਡਾਕਟਰ ਸਾਹਿਬ, ਮੈਂ ਪਹਿਲੀ ਵਾਰੀ ਸੁਣਿਆ, ਨਾਮ ਪਹਿਲੀ ਵਾਰੀ ਸੁਣਿਆ। ਮੈਂ ਦੱਸਣ ਲੱਗੀ ਹਾਂ ਅੱਗੋਂ ਕਿਉਂ ਇਹਨੂੰ ਅਸੀਂ ਵੀ ਉਦੋਂ ਜਦੋਂ ਪੁਰਾਣੇ ਸਮਿਆਂ 'ਚ ਜਦੋਂ ਇਹ ਚੱਲਦਾ ਸੀ ਤੇ ਇਹਨੂੰ ਕਿਉਂਕਿ ਬੂਟਾ ਗਿਣਿਆ ਗਿਆ ਸੀ। ਮੈਂ ਇਸੇ ਲਈ ਦੱਸਦੀ ਹਾਂ ਕਿਵੇਂ ਇਹ ਦਰਅਸਲ ਕਿਉਂ ਲੁਕਿਆ ਰਹਿ ਗਿਆ ਤੇ ਕਿਉਂ ਇਹਦੇ ਤੇ ਖੋਜਾਂ ਹੁਣ ਲੇਟ ਸ਼ੁਰੂ ਹੋਈਆਂ, ਤੇ ਕਿ ਇਸ ਤੋਂ ਤਗੜਾ ਅੱਜ ਤੱਕ ਕੋਈ ਐਂਟੀਆਕਸੀਡੈਂਟ ਨਾ ਇਨਸਾਨ ਬਣਾ ਸਕਿਆ ਜੇ ਤੇ ਨਾ ਹੀ ਹੋਰ ਲੱਭਿਆ ਗਿਆ ਹੈ। ਯਾਨੀ ਦਾ ਮਤਲਬ ਸਮਝ ਲਓ ਕਿ ਐਂਟੀਆਕਸੀਡੈਂਟ ਦਾ ਮਤਲਬ ਹੋਇਆ ਕ੍ਰੋਨਿਕ ਬਿਮਾਰੀਆਂ ਤੋਂ ਲੈ ਕੇ ਕੈਂਸਰ ਤੱਕ ਦਾ ਬਚਾਓ ਇਸ ਤੋਂ ਹੁੰਦਾ ਜੇ। ਤੇ ਇਹਨੂੰ ਲੈਣ ਨਾਲ ਉਹਨਾਂ ਬਿਮਾਰੀਆਂ ਦੇ ਵਿੱਚ ਵੀ ਤੁਹਾਨੂੰ ਜਿਵੇਂ ਮੈਂ ਦੱਸਿਆ ਵੀ ਲੰਬੀ ਉਮਰ ਭੋਗੀ ਜਾ ਸਕਦੀ ਹੈ, ਕਿਉਂਕਿ ਇਹਦੇ ਵਿੱਚ ਐਕਚੁਅਲੀ
ਹੋਇਆ ਕੀ ਸੀ ਉਹ ਦੱਸਦੀ ਹਾਂ ਕਿਵੇਂ ਲੱਭਿਆ ਗਿਆ। ਇਹਦਾ ਮੈਕਸੀਕੋ ਵਿੱਚ ਪੁਰਾਣੇ ਸਮਿਆਂ ਦੇ ਜਦੋਂ ਲੋਕ ਹੁੰਦੇ ਸਨ ਉਹ ਲੱਭਿਆ ਗਿਆ ਕਿ ਕੰਮ ਕਰਦਿਆਂ ਜਦੋਂ ਥਕਾਵਟ ਮਹਿਸੂਸ ਕਰਦੇ ਸਨ ਤਾਂ ਕੱਚਾ ਹੀ ਸਪਿਰੋਲੀਨਾ ਇਹ ਬੂਟਾ ਜਿਹਾ ਚੱਬ ਕੇ ਖਾ ਜਾਂਦੇ ਸੀ ਜੀ। ਇਹ ਦੇਖਣ ਵਿੱਚ ਆਇਆ ਕਿ ਉਹਨਾਂ ਨੂੰ 10 ਮਿੰਟਾਂ ਦੇ ਅੰਦਰ ਅੰਦਰ ਇੰਨੀ ਤਾਕਤ ਮਹਿਸੂਸ ਹੋ ਜਾਂਦੀ ਸੀ। ਉਦੋਂ ਜੋ ਪੁਰਾਣੇ ਸਮਿਆਂ 'ਚ ਲਿਖਿਆ ਜਾਂਦਾ ਕਿ ਉਹ ਕਈ ਵਾਰ ਅੱਗੋਂ ਵੀ 8-8, 9-9 ਘੰਟੇ ਹੋਰ ਕੰਮ ਕਰ ਜਾਂਦੇ ਸਨ। ਠੀਕ ਹੈ। ਹੁਣ ਇਹਦੇ ਵਿੱਚ ਹੋਇਆ ਕੀ ਕਿ ਜਦੋਂ ਇਹਦੇ ਤੇ ਸਟੱਡੀਜ਼ ਚੱਲੀਆਂ ਪਹਿਲੀ ਵਾਰ ਜਦੋਂ ਦੇਖਿਆ ਗਿਆ ਕਿ ਇਹ ਬੂਟਾ ਜਿਹੜਾ ਇਹ DNA ਦੇ ਸੈੱਲਾਂ ਵਿੱਚ DNA ਹੈ ਉਹਨੂੰ ਤੰਦਰੁਸਤ ਰੱਖਣ ਵਿੱਚ ਬਾਕਮਾਲ ਰੋਲ ਅਦਾ ਕਰ ਰਿਹਾ ਸੀ। ਸੋ ਇਹ ਅਸਰ ਇਹਦੇ ਵਿੱਚ ਸਪਿਰੁਲਿਨਾ ਵਿਚਲੇ ਇੱਕ ਫਾਈਕੋਸਾਇਨਿਨ ਪ੍ਰੋਟੀਨ ਸਦਕਾ ਦਿਸਦੇ ਨੇ, ਜੋ ਇਹਦਾ ਰੰਗ ਵੀ ਹਰਾ ਨੀਲਾ ਜਿਹਾ ਇਸੇ ਪ੍ਰੋਟੀਨ ਸਦਕਾ ਹੀ ਹੈ। ਜੀ ਜੀ। ਕੀਤਾ ਕੀ ਇਹਦੇ 'ਚ ਕਿ ਇਹਨਾਂ ਨੇ ਇਸ ਬੂਟੇ ਦਾ ਲੈਬੋਰੇਟਰੀ ਟੈਸਟ ਕਰਨਾ ਸ਼ੁਰੂ ਕੀਤਾ, ਕਿਉਂਕਿ ਉਹਦੇ ਵਿੱਚ ਇਹਨਾਂ ਨੂੰ ਲੱਭੇ ਕਿ ਵਿਟਾਮਿਨ B1 ਹੈ, 2, 3, ਕਾਪਰ, ਲੋਹ ਕਣ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼ ਤੇ ਇਸ ਤੋਂ ਇਲਾਵਾ ਕਮਾਲ ਇਹ ਦੇਖੋ ਕਿ ਦੁਨੀਆ ਦਾ ਹਰ ਅੰਸ਼ ਜੋ ਕਿਸੇ ਵੀ ਖੁਰਾਕ ਵਿੱਚ ਹੋਣਾ ਚਾਹੀਦਾ, ਇੱਕ ਇਨਸਾਨ ਨੂੰ ਚਾਹੀਦਾ, ਸਾਰੇ ਦੇ ਸਾਰੇ ਅੰਸ਼ ਦੇਖੋ ਜਿਹੜੇ ਆਪਾਂ ਹੁਣ ਤੱਕ ਦੇ ਜਿੰਨੇ ਵੀ ਕੀਤੇ ਨੇ ਕਿਸੇ ਵਿੱਚ ਸਾਰੇ ਦੇ ਸਾਰੇ ਅੰਸ਼ ਨਹੀਂ ਮਿਲੇ, ਭਾਵੇਂ ਰਤਾ ਵੱਧ ਜਾਂ ਘੱਟ ਮਾਤਰਾ 'ਚ ਹੋਣ। ਇੱਕੋ ਇੱਕ ਚੀਜ਼ ਦੇ ਵਿੱਚ ਸਾਰੇ ਦੇ ਸਾਰੇ ਤੱਤ ਬਾਵਜੂਦ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਕੈਲਰੀਆਂ ਸਿਰਫ 20 ਤੇ ਸਿਰਫ 1.7 ਗ੍ਰਾਮ ਕਾਰਬੋਹਾਈਡਰੇਟ, ਯਾਨੀ ਇਹ ਸੀ ਜਿਸ ਨੇ ਇਸ ਨੂੰ ਸੁਪਰ ਫੂਡ ਨੰਬਰ 1 ਦੁਨੀਆ ਦਾ ਬਣਾ ਦਿੱਤਾ। ਹੁਣ ਮਜ਼ੇਦਾਰ ਗੱਲ ਦੱਸੋ ਜੀ, ਇਹਨੂੰ ਖਾ ਕੇ ਦੇਖਿਆ ਗਿਆ, ਇਹਦਾ ਸਵਾਦ ਰਤਕ ਕੜੱਤਨ ਵਿੱਚ ਹੁੰਦਾ। ਇਹਦੇ ਲਈ ਪੂਰੀ ਜਦੋਂ ਖੋਜ ਕੀਤੀ ਗਈ ਤਾਂ ਲੱਭਿਆ ਕਿ ਇਹ ਇੱਕ ਜਿਉਂਦਾ ਜਾਗਦਾ ਐਲਗੀ ਕੀਟਾਣੂ ਜੇ, ਅਸਲ ਵਿੱਚ ਇਹ ਬੂਟੇ ਦੀ ਸ਼ਕਲ ਵਿੱਚ ਮਿਲਦਾ ਜੇ ਪਰ ਹੈ ਕੀਟਾਣੂ। ਇਹ ਕੀਟਾਣੂ ਕੀ ਕਰਦਾ ਜੇ ਕਿ ਬੂਟਿਆਂ ਵਾਂਗ ਇਹ ਸੂਰਜ ਤੋਂ ਤਾਕਤ ਲੈਂਦਾ ਤੇ ਬੂਟੇ ਦੀ ਹੀ ਸ਼ਕਲ ਲੈ ਲੈਂਦਾ ਤੇ ਇਹ ਇੱਕੋ ਇੱਕ ਜੇ ਜਿਹੜਾ ਹੁਣ ਪੁਲਾੜ ਵਿੱਚ ਵੀ ਇਹਨੂੰ ਜਦੋਂ ਜਾਂਦੇ ਨੇ ਉੱਥੇ ਪੁਲਾੜ ਵਾਸੀ ਜਦੋਂ ਪਹਿਲੀ ਸਬਜ਼ੀ ਉਗਾਉਣ ਦੀ ਕੋਸ਼ਿਸ਼ ਕੀਤੀ ਗਈ, ਹੁਣ ਮੈਂ ਦੱਸ ਚੁੱਕੀ ਹਾਂ ਤੁਹਾਨੂੰ ਵੀ ਅਸਲ ਵਿੱਚ ਲੱਭਿਆ ਇਹ ਕਿ ਇਹ ਕੀਟਾਣੂ ਹੈ ਇੱਕ ਨਿੱਕਾ ਜਿਹਾ ਐਲਗੀ ਜੋ ਬੂਟੇ ਦੀ ਸ਼ਕਲ ਵਿੱਚ ਉਗਦਾ ਜੇ। ਠੀਕ ਹੈ। ਉਹ ਇਹ ਭਾਵੇਂ ਸਾਦਾ ਆਮ ਪਾਣੀ ਹੋਵੇ ਜਾਂ ਖਾਰੇ ਪਾਣੀ 'ਚ ਹਰ ਇੱਕ 'ਚ ਲੱਭ ਜਾਂਦਾ ਜੀ ਜੀ। ਤੇ ਇੱਕੋ ਇੱਕ ਸੀ ਜੋ ਅਸੀਂ ਨਾਸਾ ਵੱਲੋਂ ਇਹ ਪੁਲਾੜ 'ਚ ਵੀ ਉਗਾਇਆ ਗਿਆ ਤੇ ਉੱਥੇ ਕੱਚਾ ਵੀ ਉਹਨਾਂ ਨੂੰ ਖਾਣ ਨੂੰ ਦਿੱਤਾ ਗਿਆ ਤੇ ਦੇਖਿਆ ਗਿਆ ਕਿ ਪੁਲਾੜ ਵਾਸੀ ਜਿਹੜਾ ਇਹ ਖਾ ਰਹੇ ਸਨ ਉਹ ਬਾਕੀਆਂ ਨਾਲੋਂ ਤੰਦਰੁਸਤ ਸਨ ਤੇ ਆਮ ਵਰਤੋਂ ਲਈ 1 ਤੋਂ 3 ਗ੍ਰਾਮ, ਤੁਸੀਂ ਸਮਝ ਲਓ ਕਿੱਡਾ ਛੋਟਾ ਜਿਹਾ ਇਹ ਬਥੇਰਾ ਹੁੰਦਾ ਜੇ ਰੋਜ਼, ਪਰ ਕੁਝ ਬਿਮਾਰੀਆਂ ਵਿੱਚ 10 ਗ੍ਰਾਮ ਪ੍ਰਤੀ ਦਿਨ ਤੱਕ ਵੀ ਵਰਤਿਆ ਜਾ ਚੁੱਕਿਆ। ਠੀਕ ਹੈ। ਇਹ ਨਿੱਕੇ ਬੂਟੇ ਰੂਪੀ ਜੋ ਕੀਟਾਣੂ ਨੇ ਇਹਨਾਂ ਨੂੰ ਸੁਕਾ ਕੇ ਆਮ ਤੌਰ ਤੇ ਵਰਤੇ ਜਾਂਦੇ ਨੇ ਤੇ ਇਹਨਾਂ ਵਿੱਚ ਜਿਹੜੀ ਹੁਣ ਕਿਉਂ ਇਹਨੂੰ ਖਾਸ ਚਰਚਾ ਵਿੱਚ ਆਇਆ ਕਿ ਇਹਦਾ ਜਦੋਂ 5 ਤੋਂ 7 ਗ੍ਰਾਮ ਦੇ ਵਿੱਚ ਇਹਦਾ ਹਿੱਸਾ ਲੈ ਕੇ ਜਦੋਂ ਉਹਦੇ 'ਚ ਤੱਤ ਨਾਪੇ ਗਏ ਤਾਂ ਇੰਨੀ ਕੁ ਯਾਨੀ ਇੱਕ ਚਮਚੇ ਜਿੱਡੇ ਦੇ ਵਿੱਚ 4 ਗ੍ਰਾਮ ਪ੍ਰੋਟੀਨ ਲੱਭੀ, ਜੋ ਕਿ ਸਭ ਤੋਂ ਉੱਤਮ ਇੱਕ ਤਰੀਕੇ ਤੁਹਾਨੂੰ ਕਹਿ ਲਓ ਕਿ ਤੁਸੀਂ ਮਾਸ ਹੀ ਖਾ ਰਹੇ ਹੋ ਸਾਬਤ, ਜਿਵੇਂ ਉਸ ਤਰ੍ਹਾਂ ਦਾ ਹੋ ਗਿਆ। ਹੁਣ ਇਹਨੂੰ ਜੋ ਵੀ ਤੁਸੀਂ ਗਿਣੋ ਇਹਨੂੰ, ਕਿਉਂਕਿ ਹੈ ਸਾਰੇ ਦੇ ਸਾਰੇ ਤੱਤ ਬੂਟੇ ਵਰਗੇ ਤੇ ਹੈ ਅਸਲ ਵਿੱਚ ਇੱਕ ਕੀਟਾਣੂ, ਸੋ ਨਾ ਤਾਂ ਇਹਨੂੰ ਤੁਸੀਂ ਪੂਰਨ ਰੂਪ ਵਿੱਚ ਇੱਕ ਮਾਸ ਗਿਣ ਸਕਦੇ ਹੋ ਤੇ ਨਾ ਪੂਰਨ ਰੂਪ ਵਿੱਚ ਇਹਨੂੰ ਬੂਟਾ। ਪਰ ਇਸ ਤੋਂ ਜਿਹੜੀ ਹੁਣ ਜਿਸ ਤਰੀਕੇ ਦੀ ਇਹਦੀ ਵਰਤੋਂ ਦੁਨੀਆ ਭਰ ਵਿੱਚ ਹਰ ਸ਼ਾਕਾਹਾਰੀ ਹਰ ਮਾਸਾਹਾਰੀ ਜੋ ਮਰਜ਼ੀ ਸਭ ਵਰਤ ਰਹੇ ਨੇ ਤੇ ਜਿਸ ਤਰੀਕੇ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਨੇ, ਕਿਉਂਕਿ ਇਹਦੇ 'ਚ ਬਹੁਤੇ ਤੱਤ ਜੋ ਬਣਾਏ ਗਏ ਕੁਦਰਤੀ ਤੌਰ ਤੇ ਇਹਨੂੰ ਇੱਕੋ ਇੱਕ ਜੇ ਜੋ ਅਸਲ ਵਿੱਚ ਬੂਟੇ ਵਾਂਗ ਹੀ ਕੰਮ ਕਰ ਰਿਹਾ ਜੀ। ਹੁਣ ਵਿਟਾਮਿਨ B12 ਤੱਕ ਵੀ ਇਹਦੇ 'ਚ ਹੈ, ਯਾਨੀ ਓਮੇਗਾ 3 ਤੇ ਓਮੇਗਾ 6 ਫੈਟੀ ਐਸਿਡ 1 ਗ੍ਰਾਮ ਤੱਕ ਹੋ ਜਾਂਦੇ ਨੇ ਇੰਨੇ ਛੋਟੇ ਜਿਹੇ ਇੱਕ ਚਮਚੇ ਵਿੱਚ ਵੀ, ਯਾਨੀ ਸਾਨੂੰ ਜੋ ਚਾਹੀਦਾ ਇਸ ਤੋਂ ਉੱਤਮ ਕੋਈ ਹੋਰ ਖਾਣਾ ਲੱਭਿਆ ਨਹੀਂ। ਹੁਣ ਇਹਦੇ ਵਿੱਚ ਜੋ ਜਿਵੇਂ ਮੈਂ ਦੱਸ ਰਹੀ ਸੀ ਪ੍ਰੋਟੀਨ ਨੇ ਜੋ ਬੂਟੇ ਦੇ ਨਾਲ ਦੇ ਨੇ, ਇਹਦੇ ਵਿੱਚ ਫਾਈਕੋਸਾਇਨਿਨ
ਸੋ ਜਿਹੜੇ ਤਾਂ ਇਹ ਸਾਰਾ ਕੁਝ ਮਤਲਬ ਵਰਤਦੇ ਹੋਣ, ਉਹਨਾਂ 'ਚ ਦੋ ਚੀਜ਼ਾਂ ਲਈ ਖਾਸ ਤੌਰ 'ਤੇ, ਜਿਵੇਂ ਇੱਕ ਕੈਂਸਰ ਦੀ ਮੈਂ ਗੱਲ ਕੀਤੀ, ਕਰੋਨਿਕ ਡਿਜ਼ੀਜ਼ ਖਾਸ ਕਰ ਸ਼ੱਕਰ ਰੋਗ ਦੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਲਈ ਇਹ ਇਸ ਵੇਲੇ ਇੱਕ ਤਰੀਕੇ ਕੈਂਸਰ ਤੇ ਸ਼ੱਕਰ ਰੋਗੀਆਂ ਲਈ ਤਾਂ ਲਾਜ਼ਮੀ ਗਿਣ ਲਿਆ ਗਿਆ ਵੀ ਇਹ ਦੇਣਾ ਹੀ ਦੇਣਾ, ਤੇ ਬਹੁਤ ਮਹਿੰਗੇ ਕੈਪਸੂਲ ਇਹਦੇ ਬਾਜ਼ਾਰੋਂ ਮਿਲਦੇ ਨੇ, ਜੋ ਕਿ ਤੁਸੀਂ ਆਪ ਉਗਾ ਵੀ ਸਕਦੇ ਹੋ। ਇਹਦਾ ਤਰੀਕਾ ਢੰਗ, ਉਹਦੇ ਪੱਤੇ ਲਿਆ ਕੇ ਤੇ ਤੁਸੀਂ ਇਹਨੂੰ ਦੁਬਾਰਾ ਸ਼ੁਰੂ ਆਪਣੇ ਘਰ ਵੀ ਕਰ ਸਕਦੇ ਹੋ ਜੀ। ਹੁਣ ਇੱਕ ਖੋਜ ਜੋ ਹੋਈ ਜਿਸ ਕਰਕੇ ਇਹ ਸਭ ਤੋਂ ਵੱਧ ਕੇ ਤਾਂ ਲੈਬੋਰੇਟਰੀ 'ਚ ਲੱਭ ਗਿਆ ਵੀ ਇਹ ਹੈ, ਬੜੀ ਹੈਰਾਨੀ ਹੋਈ ਵੀ ਕੁਦਰਤ ਦੀ ਦੇਖੋ ਕਾਰੀਗਰੀ ਦੀ, ਕੀਟਾਣੂ ਬੂਟਾ ਵੀ ਬਣ ਸਕਦਾ ਹੈ ਤੇ ਕਿਵੇਂ ਉਹਦੀ ਵਰਤੋਂ ਵੀ ਹੋ ਕੇ। ਹੁਣ ਉਹਦੇ 'ਚ ਖੋਜ ਕੀ ਕੀਤੀ ਗਈ, 25 ਸ਼ੱਕਰ ਰੋਗੀ ਲਏ ਗਏ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਸੀ। ਉਸ ਖੋਜ ਵਿੱਚ ਉਹਨਾਂ ਨੇ ਹਰ ਰੋਜ਼ 2 ਗ੍ਰਾਮ ਸਪਿਰੁਲਿਨਾ ਖਵਾਈ ਗਈ, ਸਿਰਫ 2 ਗ੍ਰਾਮ, ਯਾਨੀ ਤੁਸੀਂ ਸਮਝ ਲਓ ਚਮਚੇ ਦਾ ਤੀਜਾ ਹਿੱਸਾ ਵੀ। ਜੀ। ਹੁਣ ਇੰਨਾ ਕੁ ਜਦੋਂ ਰੋਜ਼ ਖਵਾਈ ਗਈ ਤਾਂ ਵੇਖਿਆ ਕਿ ਸਿਰਫ ਇੰਨੇ ਕੁ ਨਾਲ ਹੀ ਉਹਨਾਂ ਦਾ ਮਾੜਾ ਕੋਲੈਸਟਰੋਲ ਘਟਣ ਲੱਗ ਗਿਆ। ਉਹਨਾਂ ਨੂੰ ਹਾਰਟ ਦੀਆਂ ਬਿਮਾਰੀਆਂ ਜਿਹੜੇ ਲੈ ਰਹੇ ਸਨ ਸ਼ੱਕਰ ਰੋਗੀ, ਬਹੁਤ ਘੱਟ ਹੋਈਆਂ। ਫਿਰ ਪਾਇਆ ਗਿਆ, ਦੇਖਿਆ ਕਿ ਸਿਰਫ 1 ਗ੍ਰਾਮ ਦਿੰਦੇ ਆ, ਯਾਨੀ ਸਮਝ ਲਓ ਕਿ 5ਵਾਂ ਹਿੱਸਾ ਚਮਚੇ ਦਾ ਸਿਰਫ ਇੰਨਾ ਕੁ ਦਿੱਤਾ, ਉਹਦੇ ਨਾਲ ਵੀ ਓਨਾ ਹੀ ਤਗੜਾ ਅਸਰ ਦਿਸਿਆ। ਹੁਣ ਜਿਨ੍ਹਾਂ ਨੂੰ ਐਡਵਾਂਸ ਸੀ ਡਿਜ਼ੀਜ਼, ਉਹਨਾਂ ਵਿੱਚ 4 ਤੋਂ 8 ਗ੍ਰਾਮ ਤੱਕ ਸਪਿਰੁਲਿਨਾ ਦਿੱਤਾ ਗਿਆ ਵੀ ਇਹ ਤਾਂ ਹੁਣ ਜ਼ਿਆਦਾ ਵੱਧ ਚੁੱਕੀ ਬਿਮਾਰੀ, ਤੇ ਉਹਨਾਂ ਵਿੱਚ ਵੀ ਜਿਹੜੇ ਵਧੀ ਹੋਈ ਬਿਮਾਰੀ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਅਸਰ ਦਿਸਿਆ। ਯਾਨੀ ਗੱਲ ਇਹ ਲੈ ਲਓ ਕਿ ਸ਼ੱਕਰ ਰੋਗੀਆਂ ਦੇ ਦਿਲ ਉੱਤੇ ਹੋ ਰਹੇ ਮਾੜੇ ਅਸਰਾਂ ਤੋਂ ਜੇ ਕਿਸੇ ਨੇ ਬਚਾਓ ਕਰਨਾ ਹੋਵੇ ਤਾਂ ਉਹਨੂੰ ਸਪਿਰੁਲਿਨਾ ਖਾਣੀ ਹੀ ਪੈਣੀ ਹੈ ਜੀ। ਹੁਣ ਖੋਜ ਕੀਤੀ ਗਈ ਇਸ ਤੋਂ ਅੱਗੇ ਜਾਨਵਰਾਂ ਉੱਤੇ ਜਿਨ੍ਹਾਂ ਦੇ ਵਿੱਚ ਕੈਂਸਰ ਸੀ। ਹੁਣ ਇਹ ਸਪਿਰੁਲਿਨਾ ਜਦੋਂ ਦਿੱਤੀ ਗਈ, ਉਹਦੇ ਵਿੱਚ ਦੇਖਿਆ ਗਿਆ ਕਿ ਜਿੰਨੇ ਉਹਨਾਂ ਕੋਲ ਇਹ ਜਾਨਵਰਾਂ ਤੇ ਟੈਸਟ ਕੀਤਾ ਗਿਆ ਸੀ, ਉਹ ਸਾਰਿਆਂ ਦੇ ਵਿੱਚ ਹੀ ਅੱਧਾ ਚਮਚਾ, ਤੁਸੀਂ ਅੰਦਾਜ਼ਾ ਲਾਓ ਕਿ ਕਿੰਨੀ ਤਾਕਤਵਰ ਇਹ ਚੀਜ਼ ਹੈ ਜੀ, ਚਮਚਾ ਰੋਜ਼ ਉਹਨਾਂ ਨੂੰ ਦਿੱਤਾ ਗਿਆ ਤੇ ਵੇਖਿਆ ਕਿ ਉਹਨਾਂ ਦੇ ਹੌਲੀ ਹੌਲੀ ਕੈਂਸਰ ਦਾ ਆਕਾਰ ਛੋਟਾ ਹੋਣ ਲੱਗ ਗਿਆ ਸੀ। ਤੇ ਹੁਣ ਅਗਲੀ ਗੱਲ ਬਹੁਤ ਧਿਆਨ ਵਾਲੀ ਦੇਣ ਵਾਲੀ ਜੇ ਕਿ 2 ਹਿੱਸਿਆਂ 'ਚ ਜਾਨਵਰ ਵੰਡੇ ਗਏ, ਇੱਕ ਨੂੰ ਸਪਿਰੁਲਿਨਾ ਨਹੀਂ ਦਿੱਤੀ ਗਈ, ਇੱਕ ਨੂੰ ਦਿੱਤੀ ਗਈ। ਕੈਂਸਰ ਇੱਕੋ ਜਿੰਨਾ ਵਧਿਆ ਹੋਇਆ ਸੀ। ਸੋ ਜਿਨ੍ਹਾਂ ਨੂੰ ਸਪਿਰੁਲਿਨਾ ਦਿੱਤੀ ਗਈ ਸੀ ਉਹਨਾਂ ਦਾ ਕੈਂਸਰ ਦਾ ਆਕਾਰ ਵੀ ਘਟਿਆ ਤੇ ਉਹਨਾਂ ਦੀ ਮੌਤ ਦੂਜਿਆਂ ਨਾਲੋਂ 6 ਤੋਂ 8 ਮਹੀਨੇ ਬਾਅਦ ਹੋਈ, ਯਾਨੀ ਸਪਿਰੁਲਿਨਾ ਨਹੀਂ ਸਨ ਲੈ ਰਹੇ। ਹੁਣ ਫਿਰ ਉਹਨਾਂ ਨੇ ਦੇਖਿਆ ਕਿ ਜਿਹੜੇ ਚੂਹਿਆਂ ਨੂੰ ਕੈਂਸਰ ਹੋਣ ਦਾ ਖਤਰਾ ਸੀ, ਯਾਨੀ ਹੈ ਨਹੀਂ ਸੀ ਅਜੇ, ਜਿਹਨਾਂ ਉਹ ਲੱਭਿਆ ਹੋਏ ਉਹਨਾਂ ਨੂੰ ਵਧੇ ਵੀ ਆਹ ਇਹਨਾਂ ਦੇ ਜੈਨੇਟਿਕ ਤਬਦੀਲੀ ਹੈ, ਸੇਮ ਜੋ ਪਹਿਲਾਂ ਕੈਂਸਰ ਹੋ ਰਿਹਾ ਸੀ ਇਹਨਾਂ ਨੂੰ ਹੋ ਸਕਦਾ, ਉਹੀ ਤੋਂ ਫਿਰ ਗਰੁੱਪ ਬਣਾਏ ਗਏ। ਹੁਣ ਉਹ ਜਿਨ੍ਹਾਂ ਦੇ ਦਿੱਤਾ ਗਿਆ, ਹੁਣ ਇਹਦੇ ਵਿੱਚ ਜਿਹੜੇ ਕੈਂਸਰ ਤੋਂ ਰੋਕਣ ਵਿੱਚ ਰੋਲ ਦੇਖਣ ਵਿੱਚ ਦੇਖਿਆ ਗਿਆ, ਜਿਨ੍ਹਾਂ ਨੂੰ ਸਪਿਰੁਲਿਨਾ ਰੈਗੂਲਰ ਖਵਾਈ ਗਈ ਸੀ ਉਹਨਾਂ ਨੂੰ ਕੈਂਸਰ ਹੋਇਆ ਹੀ ਨਹੀਂ, ਜਿਨ੍ਹਾਂ ਨੂੰ ਰਿਸਕ ਸੀ, ਜਦਕਿ ਦੂਜਿਆਂ ਵਿੱਚ ਕੈਂਸਰ ਦੇ ਹੋਣ ਦੇ ਲੱਛਣ ਸ਼ੁਰੂ ਹੋ ਗਏ। ਸੋ ਜੀ, ਯਾਨੀ ਕਿ ਕੈਂਸਰ ਦੀ ਬਿਮਾਰੀ ਦਾ ਵੀ ਇਲਾਜ ਇਹਨੂੰ ਕਹਿ ਸਕਦੇ ਹਾਂ, ਬਹੁਤ ਵੱਡੀ, ਯਾਨੀ ਕਿ ਬਹੁਤ ਹੀ ਵੱਡੀ ਦਾਤ ਹੈ ਕੁਦਰਤ ਦੀ। ਦੇਖੋ ਇਸ 'ਚ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸਾਂ, ਇਲਾਜ ਨਹੀਂ ਹੈ, ਧਿਆਨ ਕਰੋ ਜ਼ਰਾ। ਮਤਲਬ ਇਹ ਹੈ ਕਿ ਕੈਂਸਰ ਹੋਣ ਤੋਂ ਬਚਾਓ ਵਿੱਚ ਬਹੁਤ ਵੱਡਾ ਰੋਲ ਹੈ। ਠੀਕ ਹੈ, ਕੈਂਸਰ ਹੋ ਚੁੱਕਿਆ ਹੋਏ ਤਾਂ ਉਸ ਨੂੰ ਓਨੀ ਤੇਜ਼ੀ ਨਾਲ ਨਹੀਂ ਫੈਲਣ ਦਿੰਦਾ। ਤੇ ਜੇ ਦੇਖੋ ਮੂੰਹ ਦੇ ਕੈਂਸਰ ਵਾਲੇ ਦੇ ਉੱਤੇ ਬਹੁਤ ਖੋਜਾਂ ਹੋ ਰਹੀਆਂ ਨੇ, ਟਾਟਾ ਮੈਮੋਰੀਅਲ 'ਚ ਵੀ, ਹੋਰ ਵੀ ਥਾਈਂ ਜੀ, ਉਹਨਾਂ ਵਿੱਚ ਅੱਜ ਤੱਕ ਦੀਆਂ ਲੇਟੈਸਟ ਖੋਜਾਂ ਵਿੱਚ ਵੀ ਜੇ ਤੁਸੀਂ ਪਹਿਲਾਂ ਆਪਰੇਸ਼ਨ ਦਵਾਈ ਹੋ ਚੁੱਕੀ ਨਾਲ ਸਪਿਰੁਲਿਨਾ ਲੈ ਰਹੇ ਹੋ ਤਾਂ ਕੈਂਸਰ ਦੇ ਵਧਣ ਦੀ ਸਪੀਡ ਵੀ ਘੱਟ ਜਾਂਦੀ ਜੇ। ਪਹਿਲੇ ਵਾਲਾ ਕੈਂਸਰ ਹਲਕਾ ਘਟਣ ਵੀ ਲੱਗ ਪੈਂਦਾ, ਪਰ ਜੜੋਂ ਨਹੀਂ ਅਜੇ ਤੱਕ ਇਕੱਲੇ ਸਪਿਰੁਲਿਨਾ ਕਰਕੇ ਸਿਰਫ ਹੋਣ ਤੋਂ ਰੋਕਦਾ ਜੇ, ਹੋ ਚੁੱਕੇ ਹੋਏ ਨੂੰ ਇਹ ਨਹੀਂ ਠੀਕ ਕਰ ਸਕਦਾ। ਲੰਬੀ ਉਮਰ ਜ਼ਰੂਰ ਥੋੜ੍ਹੀ ਦੇ ਸਕਦਾ ਕਿ ਤੁਹਾਨੂੰ ਹੋਇਆ ਕੈਂਸਰ, ਤੁਹਾਨੂੰ ਹੋਰ ਫੈਲਣ ਦੀ ਸਪੀਡ ਘਟਾ ਦਿੰਦਾ। ਠੀਕ ਹੈ,
ਹੁਣ ਇੱਕ ਬਹੁਤ ਕਮਾਲ ਦੀ ਜੋ ਜਿਸ ਕਰਕੇ ਸੁਪਰ ਫੂਡ ਦਾ ਨਾਮ ਮਿਲਿਆ ਉਹ ਖੋਜ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਜਿਨ੍ਹਾਂ ਦੇ 87 ਹੀ ਆਪਣੇ ਭਾਰਤ ਦੇ 87 ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਇਹ ਟੈਸਟ 'ਚ ਕੀਤਾ ਗਿਆ, ਜਿਸ ਤੋਂ ਬਾਅਦ ਅਮਰੀਕਾ, ਕੈਨੇਡਾ ਵਿੱਚ ਅਨੇਕ ਖੋਜਾਂ ਹੋਈਆਂ ਨੇ। ਉਹਨਾਂ ਵਿੱਚ ਪ੍ਰੀ ਕੈਂਸਰਸ, ਹੁਣ ਤੁਸੀਂ ਆਪ ਹੀ ਖਿਆਲ ਕਰਿਓ ਕਿ ਕਿਵੇਂ ਇਹ ਰੋਕਦਾ ਕੈਂਸਰ ਨੂੰ, ਕਿਵੇਂ ਮੂਲੋਂ ਖਤਮ ਕਰਦਾ, ਉਦੋਂ ਹੋਣ ਤੋਂ ਜਦੋਂ ਰੋਕਣ ਵਿੱਚ ਕਿੰਨਾ ਅਸਰਦਾਰ ਹੈ। ਉਹ ਚੁੱਕੇ ਵਿੱਚ ਤਾਂ ਯਾਨੀ ਉਹਨੂੰ ਫੈਲਣ ਦੀ ਸਪੀਡ ਘਟਾ ਦਿੰਦਾ ਜੇ, ਉਮਰ ਵੱਧ ਦੇ ਦਿੰਦਾ ਜੇ, ਪਰ ਹੋਣ ਤੋਂ ਰੋਕਣ ਵਿੱਚ ਕਿਆ ਕਮਾਲ ਕਰਦਾ ਜੇ। 87 ਮਰੀਜ਼ ਜਿਨ੍ਹਾਂ ਦੇ ਮੂੰਹ ਦੇ ਵਿੱਚ ਕੈਂਸਰ ਸ਼ੁਰੂ ਹੋਣ ਦੇ ਲੱਛਣ ਦਿਸ ਰਹੇ ਸਨ, ਪ੍ਰੀ ਕੈਂਸਰਸ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਸ ਤੋਂ ਅੱਗੇ ਕੈਂਸਰ ਬਣਦਾ ਹੀ ਬਣਦਾ ਸੀ, ਪ੍ਰੀ ਕੈਂਸਰਸ ਸਬ ਮਿਊਕਸ ਫਾਈਬਰੋਸਿਸ ਸੀ। ਉਹਨਾਂ ਨੂੰ ਸਿਰਫ 1 ਗ੍ਰਾਮ, ਤੁਸੀਂ ਆਪ ਅੰਦਾਜ਼ਾ ਲਾਓ, 5ਵਾਂ ਹਿੱਸਾ ਚਮਚ ਦਾ ਸਪਿਰੁਲਿਨਾ 1 ਸਾਲ ਰੋਜ਼ ਖਵਾਈ ਗਈ ਇਹਨਾਂ ਨੂੰ। 1 ਸਾਲ ਬਾਅਦ 45% ਮਰੀਜ਼ਾਂ ਵਿੱਚ ਉਹ ਲੱਛਣ ਉੱਕਾ ਹੀ ਗਾਇਬ ਹੋ ਗਏ ਸਨ। ਕੋਈ ਵੀ ਹੋਰ ਦਵਾਈ ਨਹੀਂ ਦਿੱਤੀ ਸੀ, ਇਕੱਲਾ ਸਪਿਰੁਲਿਨਾ ਸੀ ਜੀ। ਇਹਨਾਂ ਸਾਰਿਆਂ ਨੂੰ ਫਿਰ ਇਹ ਦੇਖਣ ਲਈ ਕਿ ਇਹ ਸਪਿਰੁਲਿਨਾ ਕਰਕੇ ਹੋਇਆ ਕਿ ਵੈਸੇ ਹੀ ਹੋਇਆ, ਯਾਨੀ ਇਹਦੀ ਇੱਕ ਸਵਾਲ ਦਾ ਜਵਾਬ ਦੇਣ ਲਈ ਸਾਰਿਆਂ ਨੂੰ ਸਪਿਰੁਲਿਨਾ ਬੰਦ ਕਰ ਦਿੱਤੀ ਗਈ। 6 ਮਹੀਨਿਆਂ ਬਾਅਦ ਵੇਖਣ ਵਿੱਚ ਆਇਆ ਕਿ ਜਦੋਂ ਇਹ ਬੰਦ ਕੀਤੀ ਗਈ, ਸਾਰਿਆਂ ਵਿੱਚ ਬਿਮਾਰੀ ਦੇ ਲੱਛਣ ਫੇਰ ਦੁਬਾਰਾ ਆਉਣੇ ਸ਼ੁਰੂ ਹੋ ਗਏ। ਹੁਣ ਇਹ ਕਲੀਅਰ ਕੱਟ ਇੰਡੀਕੇਸ਼ਨ ਮਿਲੀ ਕਿ ਜੇ ਉਹਦਾ ਕੰਟਰੋਲ ਹੋਇਆ ਸੀ ਜਿਨ੍ਹਾਂ ਦਾ, ਸਿਰਫ ਤੇ ਸਿਰਫ ਸਪਿਰੁਲਿਨਾ ਕਰਕੇ ਹੋਇਆ। ਸਪਿਰੁਲਿਨਾ ਬੰਦ ਕਰਨ ਦੇ 6 ਮਹੀਨਿਆਂ ਬਾਅਦ ਉਹੀ ਲੱਛਣ ਦੁਬਾਰਾ ਹੋ ਗਏ। ਹੁਣ ਫਿਰ ਕੀ ਕੀਤਾ ਗਿਆ, ਫਿਰ ਪੱਕਾ ਕਰਨ ਲਈ ਵੀ ਸਪਿਰੁਲਿਨਾ ਕਰਕੇ ਹੀ ਸੀ। ਇਹਨਾਂ ਚੋਂ ਅੱਗੋਂ 2 ਗਰੁੱਪ ਬਣਾਏ ਗਏ, ਜਿਨ੍ਹਾਂ ਚੋਂ ਅੱਧਿਆਂ ਨੂੰ ਸਪਿਰੁਲਿਨਾ ਦੇ ਦਿੱਤੀ ਗਈ, ਅੱਧਿਆਂ ਨੂੰ ਨਹੀਂ ਦਿੱਤੀ ਗਈ। ਹੁਣ ਇੱਥੇ ਦੇਖੋ ਕਮਾਲ ਕਿ ਸਪਿਰੁਲਿਨਾ ਲੈਣ ਵਾਲੇ ਜਿਹੜੇ ਮਰੀਜ਼ ਸਨ ਉਹ ਸਾਰੇ ਦੇ ਸਾਰੇ ਪੂਰਨ ਰੂਪ ਵਿੱਚ ਠੀਕ ਹੋ ਗਏ, ਜਦ ਦੂਜਿਆਂ ਵਿੱਚ ਉਹ ਲੱਛਣ ਹੋਰ ਵੱਧ ਗਏ। ਹੁਣ ਸਪਸ਼ਟ ਹੋ ਗਿਆ ਕਿ ਮੂੰਹ ਦਾ ਕੈਂਸਰ ਹੋਣ ਤੋਂ ਰੋਕਣ ਵਿੱਚ ਸਪਿਰੁਲਿਨਾ ਇਕੱਲੇ ਤੌਰ ਤੇ ਬਾ ਕਮਾਲ ਅਸਰ ਵਿਖਾਉਂਦੀ ਹੈ। ਹੁਣ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਦੇਖੀਏ। ਅੱਛਾ, ਮੈਂ ਇਸ ਤੋਂ ਪਹਿਲਾਂ ਸਪਸ਼ਟ ਕਰ ਦਿਆਂ, ਕੋਈ ਕੱਲ੍ਹ ਨੂੰ ਫੱਕੇ ਮਾਰ ਕੇ ਸਪਿਰੁਲਿਨਾ ਖਾਣੀ ਸ਼ੁਰੂ ਕਰੇ, ਇਹਦੇ ਬਹੁਤ ਤਗੜੇ ਸਾਈਡ ਇਫੈਕਟਸ ਵੀ ਹੁੰਦੇ ਨੇ, ਮੌਤ ਦੇ ਮੂੰਹ ਤੱਕ ਲਿਜਾ ਸਕਦੀ ਹੈ। ਕੀਟਾਣੂ ਜੇ ਮੈਂ ਪਹਿਲਾਂ ਹੀ ਦੱਸ ਦਿਆਂ, ਕੋਈ ਇਕੱਲਾ ਨਹੀਂ ਹੈ, ਕੀਟਾਣੂ ਸ਼ਕਲ ਵਿੱਚ ਸਪਿਰੁਲਿਨਾ ਬਹੁਤ ਥੋੜੀ, ਜਿਵੇਂ ਮੈਂ ਦੱਸ ਰਹੀ ਹਾਂ 5ਵੇਂ ਹਿੱਸੇ ਚਮਚ ਦੀ, ਉਹ ਵੀ ਹਰ ਸਰੀਰ ਦੇ ਘੱਟੋ ਘੱਟ 12-13 ਟੈਸਟ ਕਰਾਉਣ ਦੇ ਬਾਅਦ ਹੀ ਲਈ ਜਾ ਸਕਦੀ ਹੈ। ਯਾਨੀ 100 ਦੇ 100% ਮਰੀਜ਼ਾਂ ਵਿੱਚ ਇੱਕ ਵਿੱਚ ਵੀ ਕਦੇ ਵੀ ਡਾਕਟਰੀ ਚੈੱਕਅਪ ਤੋਂ ਬਗੈਰ ਸਪਿਰੁਲਿਨਾ ਨਾ ਖਾਧੀ ਜਾਵੇ। ਅੱਗੇ ਆਪਾਂ ਦੱਸਾਂਗੇ ਇਹਦੇ ਕਿਸ ਤਰੀਕੇ ਮਾਰੂ ਅਸਰ ਵੀ ਦਿਖਾ ਜਾਂਦੀ ਜੇ, ਕਿਉਂਕਿ ਕੀੜਾ ਜੇ ਤੇ ਹਰ ਦੀ ਮਾਤਰਾ ਨਹੀਂ ਚੱਲਦਾ, ਸੋ ਟੈਸਟ ਹੋਣੇ ਜ਼ਰੂਰੀ ਨੇ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ। ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਦੇਖੋ, ਉਹਨਾਂ ਨੂੰ 4.5 ਗ੍ਰਾਮ ਸਪਿਰੁਲਿਨਾ ਰੋਜ਼ ਦਿੱਤੀ ਗਈ ਤੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਥੋੜਾ ਹੀ ਅਜੇ ਸ਼ੁਰੂਆਤੀ ਦੌਰ ਵਿੱਚ ਸੀ, ਬਹੁਤਾ ਵਧਿਆ ਨਹੀਂ ਸੀ, ਤੇ ਸਰੀਰਾਂ ਵਿੱਚ ਸਪਿਰੁਲਿਨਾ ਵਿੱਚ ਬੜਾ ਤਗੜਾ ਨਾਈਟ੍ਰਿਕ ਆਕਸਾਈਡ ਹੁੰਦੀ, ਜੇ ਨਸਾਂ ਖੁੱਲ ਗਈਆਂ ਉਹਦੇ ਨਾਲ ਬਲੱਡ ਪ੍ਰੈਸ਼ਰ ਘਟ ਗਿਆ ਤੇ ਬਿਨਾਂ ਦਵਾਈ ਦੇ ਹੀ ਬਲੱਡ ਪ੍ਰੈਸ਼ਰ ਕਾਬੂ ਵਿੱਚ ਆ ਗਿਆ। ਜਿਨ੍ਹਾਂ ਦਾ ਘੱਟ ਵਧਿਆ ਹੋਇਆ ਸੀ, ਜਿਨ੍ਹਾਂ ਦਾ ਕਾਫੀ ਵਧਿਆ ਹੋਏ, ਉਹ ਸਪਿਰੁਲਿਨਾ ਨਾਲ ਦਵਾਈ ਉਹਨਾਂ ਨੂੰ ਖਾਣੀ ਪੈਂਦੀ ਜੇ। ਪਰ ਮੈਂ ਸਪਸ਼ਟ ਦੱਸ ਦਿਆਂ ਕਿ ਇਹਨਾਂ ਵਿੱਚ ਜਿਸ ਨੂੰ 5 ਗ੍ਰਾਮ ਸਪਿਰੁਲਿਨਾ ਦਿੱਤੀ ਗਈ, ਇੱਕਦਮ ਬਲੱਡ ਪ੍ਰੈਸ਼ਰ ਉਹਨਾਂ ਦਾ ਕਾਫੀ ਘਟ ਗਿਆ। ਸੋ ਉਹਨਾਂ ਚੋਂ ਇੱਕ ਤਾਂ ਬਹੁਤ ਸੀਰੀਅਸ ਮਸਾਂ ਹੀ ਬਚਿਆ, ਨੁਕਸਾਨ ਹੋ ਸਕਦਾ ਜੇ। ਸੋ ਇਸੇ ਲਈ ਡਾਕਟਰੀ ਸਲਾਹ ਤੋਂ ਬਗੈਰ ਬਲੱਡ ਪ੍ਰੈਸ਼ਰ ਦੇ ਰੋਗੀ ਆਪਣੇ ਆਪ ਸਪਿਰੁਲਿਨਾ ਕਦੇ ਨਾ ਲੈਣ, ਕਿਉਂਕਿ ਸਪਿਰੁਲਿਨਾ ਇੱਕਦਮ ਠਾਹ ਕਰਕੇ ਲਿਆਂਦੀ ਜੇ ਥੱਲੇ, ਜੋ ਕਿ ਕਈ ਵਾਰ ਖਤਰਨਾਕ ਸਾਬਤ ਹੋ ਸਕਦਾ। ਸੋ ਬਹੁਤ ਸੀਮਤ ਮਾਤਰਾ, ਸੀਮਤ ਸਮੇਂ ਲਈ ਡਾਕਟਰੀ ਸਲਾਹ ਨਾਲ ਲੈਣ ਨਾਲ ਇਹ ਤੁਸੀਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਜੇ ਬਹੁਤ ਘੱਟ ਵਧਿਆ ਹੋਏ ਤਾਂ ਬਿਨਾਂ ਦਵਾਈ ਦੇ ਠੀਕ ਕਰ ਸਕਦੇ ਹੋ।
ਹੁਣ ਜਿਨ੍ਹਾਂ ਨੂੰ ਮਿੱਟੀ ਘੱਟੇ ਜਾਂ ਮੌਸਮ ਦੀ ਤਬਦੀਲੀ ਨਾਲ ਐਲਰਜੀ ਹੁੰਦੀ ਸੀ ਉਹ ਕੇਸ ਲਏ ਗਏ, ਜਿਨ੍ਹਾਂ ਨੂੰ ਆਮ ਹੀ ਨਿੱਛਾਂ ਜਾਂ ਜ਼ੁਕਾਮ ਲੱਗ ਜਾਂਦਾ। ਸੋ ਇਹੋ ਜਿਹੇ ਸੈਂਕੜੇ ਹੀ ਸੀ ਲਏ ਕੇਸ ਜਿਨ੍ਹਾਂ 'ਚੋਂ 2 ਗ੍ਰਾਮ, ਸਿਰਫ 2 ਗ੍ਰਾਮ ਸਪਿਰੁਲੀਨਾ ਰੋਜ਼ ਖਵਾਈ, ਹਰ ਇੱਕ ਦੇ ਵੱਖੋ ਵੱਖਰੇ ਟੈਸਟ ਕਰਨ ਬਾਅਦ ਕਿ ਕਿੰਨੀ ਐਲਰਜੀ ਵਧੀ ਹੋਈ, ਕਿੰਨਾ ਮਾਸ ਵਧਿਆ ਹੋਇਆ ਅੰਦਰ, ਸਾਈਨਸਾਈਟਸ ਕਿੰਨੀ ਖੂਨ 'ਚ ਐਲਰਜੀ ਦੇ ਹਿਸਾਬ ਨਾਲ ਚੁਣੇ। ਜੀ ਜੀ। ਗ੍ਰਾਮ ਜਦੋਂ ਸਪਿਰੁਲੀਨਾ ਰੋਜ਼ ਖਵਾਈ ਗਈ ਤਾਂ ਉਹਨਾਂ ਨੂੰ ਨਿੱਛਾਂ, ਨੱਕ 'ਚੋਂ ਪਾਣੀ ਵਗਣਾ, ਖਾਰਿਸ਼ ਗਲੇ ਦੀ, ਸਭ ਚੀਜ਼ਾਂ ਵਿੱਚ ਸਿਰਫ ਤੇ ਸਿਰਫ 1 ਹਫ਼ਤੇ ਬਾਅਦ ਹੀ ਆਰਾਮ ਦਿਸਣਾ ਸ਼ੁਰੂ ਹੋ ਗਿਆ ਜੀ। ਹੁਣ ਮੈਰਾਥਨ ਦੌੜ ਲਈ ਮੈਂ ਦੱਸਣਾ ਚਾਹੁੰਦੀ ਹਾਂ, ਜਿੰਨੇ ਲੰਬੇ ਸਮੇਂ ਤੱਕ ਦੌੜਦੇ ਨੇ, ਈਵਨ ਕਿਉਂਕਿ ਪੁਰਾਣੇ ਸਮਿਆਂ 'ਚ ਮੈਕਸੀਕੋ ਵਿੱਚ ਇਸ ਦੀ ਵਰਤੋਂ ਜੋ ਪਹਿਲਾਂ ਦੱਸੀ ਜਾਂਦੀ ਸੀ ਕਿ ਕਿਉਂਕਿ ਉਦੋਂ ਇੰਨੀਆਂ ਡਿਟੇਲਸ ਤਾਂ ਕੁਛ ਹੈ ਨਹੀਂ ਸੀ, ਮੈਂ ਦੱਸਿਆ ਨਾ, ਕੰਮ ਕਰਦੇ ਲੋਕ ਜੋ ਥੱਕਦੇ ਸਨ ਇਹ ਲੈ ਲੈਂਦੇ ਸਨ। ਇੰਝ ਹੀ ਉਹਨਾਂ ਨੇ ਜਦੋਂ ਦੇਖਿਆ ਵੀ ਕਿਸੇ ਨੇ ਵੀ ਆਹ ਭਾਈ ਇਹਦੇ ਨਾਲ ਤਾਕਤ ਮਿਲ ਜਾਂਦੀ ਹੈ, ਉਹਨਾਂ ਨੇ ਕਿਹਾ ਚੰਗਾ ਭਾਈ ਤੂੰ ਦੌੜਨ ਲਾਉਣ ਚੱਲੇ ਆ, ਬੋਝੇ 'ਚ ਪਾ ਤੇ ਜਾ, ਰਸਤੇ 'ਚ ਨਾਲ ਜਦੋਂ ਲੱਗੇ ਤਾਂ ਮੂੰਹ 'ਚ ਪਾ ਲਈ, ਪਤਾ ਹੀ ਹੈ। ਜੀ ਜੀ। ਉਹ ਦੇਖਿਆ ਕਿ ਜਿਹੜੇ ਪੂਰੀ ਮੈਰਾਥਨ ਕ੍ਰਾਸ ਕਰਦੇ ਸਨ, ਦੌੜ ਪੂਰੀ ਕਰਨ ਬਾਅਦ ਵੀ ਘੱਟ ਥਕਾਵਟ ਮਹਿਸੂਸ ਕਰਦੇ ਸਨ, ਪਤਾ ਲੱਗਿਆ ਕਿ ਉਹ ਸਾਰੇ ਦੇ ਸਾਰੇ ਉਹ ਸਨ ਜਿਹੜੇ ਦੌੜ ਦੌਰਾਨ ਉਹ ਮੈਰਾਥਨ ਦੇ ਵਿੱਚ ਹੀ ਆਪਣੀ ਜੇਬ 'ਚੋਂ 2 ਪੱਤੇ ਕੱਢ ਕੇ ਖਾ ਲੈਂਦੇ ਸਨ ਤੇ ਦੌੜੇ ਤੇ ਫਿਰ ਉਹ ਪਹੁੰਚੇ ਤੇ ਅਖੀਰ 'ਚ ਥਕਾਵਟ ਵੀ ਨਹੀਂ ਹੋਈ, ਸਿਰਫ ਉਹਨਾਂ 'ਚ ਜਿਨ੍ਹਾਂ ਨੇ ਆਹ ਵਰਤੋਂ ਕੀਤੀ ਸੀ। ਠੀਕ ਹੈ। ਹੁਣ ਅੱਜ ਦੇ ਦਿਨ ਵੀ ਜੋ ਈਵਨ ਓਲੰਪਿਕਸ ਵਿੱਚ ਜਾਂ ਜਿੰਨੇ ਥਾਵਾਂ ਤੇ ਤਗੜੀਆਂ ਦੌੜਾਂ ਜਿੱਥੇ ਮੁਕਾਬਲੇ ਤਗੜੇ ਹੁੰਦੇ ਨੇ, ਜੀ ਜੀ, ਸਪਿਰੁਲੀਨਾ ਦੀ ਵਰਤੋਂ ਇਸ ਵੇਲੇ ਨੰਬਰ 1 ਯੂਸੇਜ 'ਚ ਹੈ। ਯਾਨੀ ਆਪਣੀ ਦੌੜਨ ਦੀ, ਕਸਰਤ ਕਰਨ ਦੀ ਲੋੜੀਂਦੀ ਤਾਕਤ ਬਰਕਰਾਰ ਰੱਖਣ ਲਈ ਸਪਿਰੁਲੀਨਾ ਇੱਕ ਨੰਬਰ 1 ਯੂਸੇਜ ਸ਼ੁਰੂ ਹੋ ਚੁੱਕਾ ਹੈ ਜੀ। ਅਤੇ ਹੁਣ ਖਿਡਾਰੀ ਕਰਦੇ ਕੀ ਨੇ, ਕਿਉਂਕਿ ਇਹਦੀ ਮੈਂ ਦੱਸਿਆ ਅਸਲ 'ਚ ਤੇ ਕੀਟਾਣੂ ਹੀ ਹੈ ਨਾ, ਸੋ ਇਹ ਕੁੜੱਤਣ ਵਿੱਚ ਹਲਕਾ ਸਵਾਦ ਆ ਜਾਂਦਾ। ਸੋ ਬਹੁਤੇ ਜਣੇ ਨੂੰ ਦਹੀਂ 'ਚ, ਸਮੂਦੀ 'ਚ, ਜੂਸ ਵਿੱਚ ਇਸ ਤਰ੍ਹਾਂ ਮਿਲਾ ਲੈਂਦੇ ਨੇ। ਤੁਹਾਨੂੰ ਦਵਾਈਆਂ ਦੀਆਂ ਦੁਕਾਨਾਂ 'ਤੇ ਵੀ ਇਹਦੇ ਪਾਊਡਰ ਮਿਲਣ ਲੱਗ ਗਏ ਨੇ, ਪਰ ਉਹ ਪਾਊਡਰ ਦੀ ਡੋਜ਼ ਹਰ ਇੱਕ 'ਚ ਵੱਖ ਜੇ। ਮੈਂ ਵਾਰ ਇਸ ਲਈ ਕਹਿ ਰਹੀ ਹਾਂ ਕਿ ਸਾਡੇ ਕੋਲ ਗੁਰਦੇ ਉੜੇ ਮਰੀਜ਼ ਵੀ ਆ ਜਾਂਦੇ ਨੇ, ਉਹ ਤੁਸੀਂ ਡੱਬਿਆਂ ਦੇ ਡੱਬੇ ਖਾਣੇ ਸ਼ੁਰੂ ਕਰ ਦਿੰਦੇ ਹੋ, ਮੌਤ ਤੱਕ ਹੋ ਸਕਦੀ ਹੈ। ਬਹੁਤ ਥੋੜ੍ਹੀ ਮਾਤਰਾ, ਉਹ ਵੀ ਹਰ ਸਰੀਰ ਲਈ ਵੱਖ ਹੁੰਦੀ ਜੇ। ਇਹਨੇ ਬਿਨਾਂ ਚੈੱਕਅਪ, ਬਿਨਾਂ ਡਾਕਟਰੀ ਸਲਾਹ ਦੇ ਇਹ ਨਾ ਖਾਓ ਤੁਸੀਂ ਬਾਜ਼ਾਰੋਂ ਲੈ ਕੇ, ਬਹੁਤ ਖਤਰਨਾਕ ਜੇ। ਜਿਵੇਂ ਹੁਣ ਦਿਲ ਵਾਸਤੇ ਵੀ ਇਹਦੇ ਪ੍ਰੋਟੀਨ ਜੋ ਇਹਦੇ ਸਪਿਰੁਲੀਨਾ ਦੇ ਨੇ, ਟਰਾਈਗਲਿਸਰਾਈਡ ਥਿੰਦਾ ਘਟਾ ਦਿੰਦੇ ਨੇ। ਸੋ ਹਾਰਟ ਅਟੈਕ, ਪਾਸਾ ਮਾਰੇ ਜਾਣ ਦਾ ਖਤਰਾ ਲਗਭਗ 70% ਘੱਟ ਜਾਂਦਾ ਜੇ, ਇੰਨੀ ਇਹ ਅਸਰਦਾਰ ਵੀ ਜੇ ਜੀ। ਇੱਥੋਂ ਤੱਕ ਇਮਿਊਨਿਟੀ ਵਧਾਉਣ ਦੀ ਗੱਲ ਹੋਵੇ ਜੀ, ਕਰੋਨਾ ਦੌਰਾਨ ਜਿੰਨੀਆਂ ਵੀ ਤੁਸੀਂ ਦੇਖਦੇ ਹੋਗੇ ਇਮਿਊਨਿਟੀ ਵਧਾਉਣ ਵਾਲੀਆਂ ਦਵਾਈਆਂ ਜੋ ਢੇਰਾਂ ਦੀਆਂ ਢੇਰ ਖਰਬਾਂ ਵਿਕੀਆਂ ਨੇ ਜੀ, ਪੂਰੀ ਬੋਤਲ ਵਿੱਚ ਮੈਂ ਤੁਹਾਨੂੰ ਦੱਸ ਰਹੀ ਹਾਂ, ਜੋ ਫੋਰ ਇਮਿਊਨਿਟੀ ਕਰਕੇ ਤੁਸੀਂ ਲਈਆਂ, ਉਹ ਸਾਰੀਆਂ ਵਿੱਚ ਚਮਚੇ ਦਾ 5ਵਾਂ ਹਿੱਸਾ ਸਪਿਰੁਲੀਨਾ ਪਾ ਕੇ ਉਸੇ ਦੇ ਹੀ ਅਸਰ ਨੂੰ ਲੈ ਕੇ ਪੂਰੀ ਸ਼ੀਸ਼ੀ, ਯਾਨੀ ਤੁਸੀਂ ਜੋ ਖਰੀਦਦੇ ਰਹੇ ਹੋ 200 250 ਦੀ, ਜਿਸ ਦੇ ਵਿੱਚ ਸਪਿਰੁਲੀਨਾ ਸਾਰਾ ਮੇਰੇ ਖਿਆਲ 2 ਰੁਪਏ ਦਾ ਪਿਆ, ਉਹ ਤੁਸੀਂ ਜਿਸ ਜੋ ਲਿਆ ਉਹਦੇ ਵਿੱਚ ਵਾਈਟਮਿਨ ਹੁੰਦੇ ਨੇ, ਮਿਨਰਲ, ਪ੍ਰੋਟੀਨ, ਯਾਨੀ ਮੈਂ ਦੱਸਿਆ ਵੀ ਅੰਡੇ ਜਿੰਨੀ ਤਾਕਤਵਰ ਇੱਕ ਤਰੀਕੇ ਹੈ। ਉਹ ਫਲੂ ਕੀਟਾਣੂਆਂ ਦੇ ਵਿਰੁੱਧ ਜ਼ਬਰਦਸਤ ਅਸਰ ਦਿਖਾਉਂਦੀ ਜੇ, ਵਾਇਰਸ ਕੀਟਾਣੂਆਂ ਵਿਰੁੱਧ, ਇੱਥੋਂ ਤੱਕ ਕਿ ਕੁਝ ਬੈਕਟੀਰੀਆ ਕੀਟਾਣੂਆਂ ਵਿਰੁੱਧ ਵੀ ਸਰੀਰ ਦੀ ਤਾਕਤ ਲੜਨ ਦੀ ਵਧਾ ਦਿੰਦੀ ਜੇ ਜੀ ਜੀ। ਵਿੱਚ ਵਿਟਾਮਿਨ E, C, B6 ਜਿੱਥੇ ਬਿਮਾਰੀ ਨਾਲ ਲੜਨ ਵਾਲੇ ਸੈੱਲਾਂ ਨੂੰ ਤਾਕਤ ਦਿੰਦੇ ਨੇ, ਉੱਥੇ ਏਡਸ ਤੇ ਹਰਪੀਸ ਦੇ ਮਰੀਜ਼ਾਂ ਨੂੰ ਵੀ ਮਤਲਬ ਉਹਨਾਂ ਦੀ ਇਮਿਊਨਿਟੀ ਨੂੰ ਮਦਦ ਦੇ ਦਿੰਦੇ ਨੇ ਲੜਾਈ ਜਾਰੀ ਰੱਖਣ ਦੀ ਜੀ। ਇਸ ਤਰ੍ਹਾਂ ਦੀ ਕਮਾਲ ਦੀ ਇਮਿਊਨਿਟੀ ਵਧਾਉਣ ਦੀ ਇਹਦੇ ਵਿੱਚ ਜੋ ਸਮਰੱਥਾ ਕੁਦਰਤ ਨੇ ਦਿੱਤੀ ਜੇ, ਇਹ ਇਸ ਨੂੰ ਆਪਣੇ ਆਪ ਹੀ ਸੁਪਰ ਫੂਡ ਬਣਾ ਦਿੰਦੀ ਜੇ ਜੀ। ਇਹ ਹੈ ਅੱਖਾਂ ਲਈ ਜੀ। ਆਪਾਂ ਗੱਲਾਂ ਕਰਦੇ ਹਾਂ ਗਾਜਰਾਂ ਦੀ ਜਾਂ ਹੋਰ ਸਭ ਚੀਜ਼ਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਪਰ
ਇਹ ਇੱਕੋ ਇੱਕ ਹੁਣ ਦੇਖੋ ਸਪਿਰੁਲੀਨਾ ਹੀ ਜੇ ਜਿਸ ਨਾਲ ਤੁਸੀਂ ਡਾਕੂਮੈਂਟਡ ਪ੍ਰੂਫ ਹੈ ਕਿ ਜੋ ਵੱਧਦੀ ਉਮਰ ਨਾਲ ਨਜ਼ਰ ਘਟ ਜਾਂਦੀ ਜੇ, ਪਰਦੇ ਦੀ ਰੌਸ਼ਨੀ ਖਤਮ ਹੋ ਜਾਂਦੀ ਜੇ, ਇਹਦੇ ਵਿੱਚ ਜ਼ੈਂਥੀਨ ਇੰਨਾ ਜ਼ਿਆਦਾ ਹੈ ਕਿ ਉਹ ਸਪਿਰੁਲੀਨਾ ਨਾ ਤਾਂ ਛੇਤੀ ਚਿੱਟਾ ਮੋਤੀਆ ਹੋਣ ਦਿੰਦੀ ਹੈ ਤੇ ਉਹਦੀ ਉਮਰ ਨਾਲ ਤੁਹਾਡੀ ਘਟ ਰਹੀ ਜਿਹੜੀ ਨਜ਼ਰ ਹੈ ਉਹਨੂੰ ਵੀ ਬਰਕਰਾਰ ਰੱਖਦੀ ਹੈ, ਪਰਦੇ ਦੀ ਰੌਸ਼ਨੀ ਤੱਕ ਲੰਮੇਰੀ ਉਮਰ ਤੱਕ ਠੀਕ ਰੱਖ ਦਿੰਦੀ ਹੈ। ਜੀ ਜੀ। ਹੁਣ ਮੂੰਹ ਵਾਸਤੇ ਦੇਖੋ ਕਿ ਇਸ ਵੇਲੇ ਕਈ ਮਾਊਥ ਵਾਸ਼ ਆ ਚੁੱਕੇ ਨੇ ਜਿਨ੍ਹਾਂ ਵਿੱਚ ਸਪਿਰੁਲੀਨਾ ਪੈਂਦੀ ਜੇ, ਜੋ ਕਿ ਦੂਜਿਆਂ ਨਾਲੋਂ ਲਗਭਗ 5 ਗੁਣਾ ਕੀਮਤ ਤੇ ਨੇ। ਜੀ ਜੀ। ਉਹਨਾਂ ਨੂੰ ਚੂਲੀਆਂ ਹੀ ਕਰਨ ਦੇ ਨਾਲ ਦੰਦਾਂ ਉੱਤੇ ਜੋ ਤੁਹਾਡਾ ਉਹ ਜੰਮ ਜਾਂਦਾ ਜੇ ਚਿੱਟਾ ਚਿੱਟਾ ਉਹ ਸਾਰਾ, ਤੇ ਨਾਲੇ ਮਸੂੜਿਆਂ ਦੀ ਸੋਜਿਸ਼ ਵੀ ਘਟਾਉਣ ਵਿੱਚ ਬਹੁਤ ਕਮਾਲ ਦਾ ਰੋਲ ਉਹਦਾ ਲੱਭਿਆ ਜਾ ਚੁੱਕਿਆ ਜੀ। ਦਿਮਾਗ ਲਈ ਦੇਖੋ ਜੇ ਕਿਸੇ ਨੇ ਕਰਨੇ ਜੇ ਕੰਪੀਟੀਸ਼ਨ, ਇਹ ਨਹੀਂ ਹੈ ਰਾਤ ਨੂੰ ਸਪਿਰੁਲੀਨਾ ਖਾਧੀ ਤੇ ਤੁਹਾਡਾ ਸਵੇਰ ਨੂੰ ਪੇਪਰ ਪਾਸ ਕਰ ਦਿਓਗੇ, ਇੱਦਾਂ ਦਾ ਕੁਝ ਨਹੀਂ ਹੁੰਦਾ। ਮਿਹਨਤ ਬਹੁਤ ਜ਼ਿਆਦਾ ਕਰਨੀ ਪੈਣੀ ਜੇ। ਮਿਹਨਤ ਦੇ ਨਾਲ ਜਦੋਂ ਤੁਹਾਨੂੰ ਲੱਗਦਾ ਕਿ ਮੈਨੂੰ ਚੀਜ਼ਾਂ ਭੁੱਲਦੀਆਂ ਨੇ, ਛੇਤੀ ਯਾਦ ਨਹੀਂ ਰੱਖਿਆ ਜਾਂਦਾ ਜੀ, ਤਾਂ ਉਦੋਂ ਯਾਨੀ ਮਿਹਨਤ ਤਾਂ ਕਰਨੀ ਹੀ ਪੈਣੀ, ਉਸ ਤੋਂ ਕੋਈ ਬਚਾਓ ਨਹੀਂ। ਸਪਿਰੁਲੀਨਾ ਕਦੇ ਵੀ ਪਾਸ ਨਹੀਂ ਕਰਾਏਗੀ। ਪਰ ਯਾਦਾਸ਼ਤ ਤੁਹਾਨੂੰ ਲੱਗੇ ਵੀ ਕੁਛ ਘਟਣ ਲੱਗ ਪਈ ਹੈ, ਬਹੁਤ ਸਾਰੇ ਤਰੀਕੇ ਨੇ ਜੋ ਕਿਸੇ ਨੇ ਸਿੱਖਣੇ ਹੋਣ ਤਾਂ ਮੇਰੇ ਕੋਲ ਹੀ ਆ ਕੇ ਸਿੱਖਣੇ ਪੈਣੇ ਜੀ, ਮੈਂ ਵੀ ਨਹੀਂ ਦੱਸਣੇ, ਪਰ ਉਹ ਤਰੀਕੇ ਨੇ ਯਾਦਾਸ਼ਤ ਵਧਾਉਣ ਦੇ, ਤੇ ਉਹ ਤਰੀਕੇ ਵਰਤਦਿਆਂ ਜੇ ਨਾਲ ਸਪਿਰੁਲੀਨਾ ਲਈ ਜਾਏ ਤਾਂ ਜੋ ਫਾਈਕੋਸਾਇਨਿਨ ਪ੍ਰੋਟੀਨ ਹੈ ਇਹਦੇ ਚ ਜੀ ਜੀ ਬਹੁਤ ਤਗੜਾ ਅਸਰ ਵਿਖਾਉਂਦੀ ਜੇ, ਯਾਦਾਸ਼ਤ ਦੇ ਸੈੱਲ ਰਵਾਂ ਕਰ ਦਿੰਦੀ ਜੇ, ਦਿਮਾਗ ਦੀ ਸਿਹਤ ਲਈ ਚੰਗੀ ਸਾਬਤ ਹੋ ਚੁੱਕੀ ਹੈ, ਥੱਕੇ ਹੋਏ ਦਿਮਾਗ ਨੂੰ ਫਾਇਦਾ ਦਿੰਦੀ ਹੈ। ਸੋ ਸਪਿਰੁਲੀਨਾ ਇਸੇ ਲਈ ਵੀ ਬਾਕਮਾਲ ਨੰਬਰ 1 ਖੁਰਾਕ ਹੈ। ਹੁਣ ਇੱਕ ਲਹੂ ਦੀ ਕਮੀ ਜੇ ਜਿਸ ਵਿੱਚ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਕੱਲੀ ਸਪਿਰੁਲੀਨਾ ਕੁਝ ਵੀ ਨਹੀਂ ਕਰੇਗੀ। ਬਹੁਤ ਕੰਪਨੀਆਂ ਨੇ ਆਇਰਨ ਦੇ ਕੈਪਸੂਲ ਵਿੱਚ ਜਾਂ ਸ਼ੀਸ਼ੀਆਂ 'ਚ ਸਪਿਰੁਲੀਨਾ ਵਿੱਚ ਮਿਕਸ ਕੀਤੀ ਹੋਈ ਹੈ। ਉਹ ਅਸਲ ਵਿੱਚ ਗੱਲ ਇਹ ਹੈ ਕਿ ਲਹੂ ਦੀ ਕਮੀ ਪੂਰੀ ਕਰਨ ਲਈ ਤਾਂ ਤੁਹਾਨੂੰ ਆਇਰਨ ਲੈਣਾ ਹੀ ਪੈਣਾ, ਭਾਵੇਂ ਉਹ ਖੁਰਾਕ ਰਾਹੀਂ ਲਓ ਤੇ ਭਾਵੇਂ ਜੇ ਬਹੁਤ ਘੱਟ ਹੈ ਦਵਾਈਆਂ ਦੇ ਤੁਸੀਂ ਨਾਲ ਪੂਰੀਆਂ ਕਰੋ। ਸਪਿਰੁਲੀਨਾ ਤੁਹਾਡੀ ਥਕਾਵਟ ਜਿਹੜੀ ਲਹੂ ਦੀ ਕਮੀ ਨਾਲ ਹੁੰਦੀ ਜੇ, ਉਹ ਥਕਾਵਟ ਤੇ ਕਮਜ਼ੋਰੀ ਨੂੰ ਜੜੋਂ ਕੱਢ ਦਿੰਦੀ ਜੇ। ਸੋ ਆਪਣੇ ਆਪ ਵਿੱਚ ਇਹ ਲਹੂ ਦੀ ਕਮੀ, ਕਿਉਂਕਿ ਬੂਟਾ ਹੈ ਉਸ ਤਰੀਕੇ ਦਾ ਆਇਰਨ ਸਾਡਾ ਅਜੇ ਸਰੀਰ ਅਬਜ਼ੋਰਬ ਨਹੀਂ ਕਰਦਾ ਉਸ ਤਰੀਕੇ, ਹੋ ਸਕਦਾ ਹੈਗਾ ਆਉਣ ਵੇਲੇ ਇਹਦਾ ਕੋਈ ਸਮੇਂ 'ਚ ਇਹਦੇ ਬਾਰੇ ਖੋਜ ਲੱਭੀ ਜਾਵੇ ਕਿ ਇਹਦੇ ਵਿਚਲਾ ਆਇਰਨ ਅਬਜ਼ੋਰਬ ਕਰਨ ਲੱਗ ਜਾਈਏ ਤਾਂ ਉਹ ਹੋਰ ਵੀ ਅਸਰਦਾਰ ਹੋ ਜਾਏਗਾ। ਪਰ ਹੁਣ ਤੱਕ ਸਿਰਫ ਇਹ ਹੈ ਕਿ 40 ਸਾਲਾਂ ਦੀ ਉਮਰ ਤੋਂ ਬਾਅਦ ਇੱਕ ਤਰੀਕੇ ਲਾਜ਼ਮੀ ਕਰ ਦਿੱਤਾ ਗਿਆ ਕਿ ਸਪਿਰੁਲੀਨਾ ਜ਼ਰੂਰ ਲੈਣੀ ਚਾਹੀਦੀ ਜੇ। ਠੀਕ ਹੈ, ਮਤਲਬ 40 ਸਾਲ ਤੋਂ ਬਾਅਦ। ਉਸ ਤੋਂ ਪਹਿਲਾਂ ਡਾਕਟਰ ਸਾਹਿਬ? ਨਹੀਂ, ਉਸ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਕਿ ਤੰਦਰੁਸਤ ਦੇਖੋ 40 ਸਾਲ ਤੋਂ ਬਾਅਦ ਲਾਜ਼ਮੀ ਦਾ ਮਤਲਬ ਜੇ ਕਿ ਉਦੋਂ ਅਸੀਂ ਗਿਣਦੇ ਹਾਂ ਬਹੁਤ ਸਾਰੇ ਰੋਗ ਹੋ ਚੁੱਕੇ ਹੁੰਦੇ ਨੇ ਜੀ ਜੀ। ਅਸਲ ਰੋਗ ਦੀ ਬੁਨਿਆਦ ਤਾਂ ਜੰਮਣ ਦੇ ਪਹਿਲੇ ਸਾਲ ਦੇ ਅੰਦਰ ਹੀ ਹੋ ਜਾਂਦੀ ਹੈ ਕਿ ਤੁਸੀਂ ਕਿੰਨਾ ਘਿਓ ਭਰ ਕੇ ਕੌਲੀਆਂ ਬੱਚੇ ਨੂੰ ਖਵਾਇਆ ਤੇ ਉਹਦੀਆਂ ਨਸਾਂ ਵਿੱਚ ਕਿੰਨਾ ਜੰਮ ਗਿਆ, ਤੇ ਉਹਨੇ ਅਸਰ ਤਾਂ ਤੁਹਾਡਾ ਉਸ ਦਿਨ ਤੋਂ ਹੀ ਸ਼ੁਰੂ ਕਰ ਦੇਣਾ ਜੋ ਤੁਹਾਨੂੰ ਦਿਸਦਾ ਜਾ ਕੇ 30 ਸਾਲਾਂ ਤੇ ਜਾਂ 40 ਸਾਲਾਂ ਤੇ ਦਿਸਦਾ ਕਿ ਅੱਛਾ ਇਹਨੂੰ ਕਿਉਂ ਛੋਟੀ ਉਮਰ 'ਚ ਹਾਰਟ ਅਟੈਕ ਹੋ ਗਿਆ, ਕਿਉਂ ਛੋਟੀ ਉਮਰ 'ਚ ਕੈਂਸਰ ਹੋ ਗਿਆ ਜੀ। ਮੈਂ ਅੱਜ ਵੀ ਹੁਣ ਦੇਖ ਕੇ ਆਈ ਹਾਂ ਸਾਡੇ ਮੇਰੇ ਕੋਲ ਵਾਰਡ ਵਿੱਚ ਅੱਜ ਵੀ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਕਾਫੀ ਵਧਿਆ ਕੈਂਸਰ ਲੱਭਿਆ ਫੈਲਿਆ ਹੋਇਆ ਜੀ। ਕਾਰਨ ਸਿਰਫ ਇਹ ਕਿ ਅਸੀਂ ਨਿੱਕਾ ਨਿੱਕਾ ਓੜ ਪੋੜ ਕਰਦੇ ਰਹਿੰਦੇ ਹਾਂ ਘਰਾਂ ਦੇ ਵਿੱਚ ਹੀ। ਕਿਸੇ ਨੇ ਥੋੜਾ ਬਾਬਿਆਂ ਦੇ ਕੋਲ ਮੱਥਾ ਟਿਕਾ ਲਿਆ, ਕਿਸੇ ਨੇ ਕੁਛ ਕਰਾਤਾ, ਹਟਦੇ ਤਾਂ ਅਸੀਂ ਹੈ ਨਹੀਂ। ਸੋ ਨਿੱਕੇ ਬੱਚੇ ਨੂੰ ਫੈਲਿਆ ਕੈਂਸਰ, ਜਿਵੇਂ ਤੁਸੀਂ ਹਿਸਟਰੀ ਵੀ ਪੁੱਛੋ ਨਾ, ਦਿਲ ਸੱਚੀ ਮੁੱਚੀ ਰੋਣ ਨੂੰ ਕਰਦਾ ਵੀ ਆਪਾਂ ਕਦੋਂ 21ਵੀਂ ਸਦੀ ਵਿੱਚ ਹਟਾਂਗੇ ਵੀ ਅਸੀਂ ਬਾਬੇ ਤੋਂ ਜੀ ਅਸੀਂ ਧੌਲਾ ਕਰਾ ਲਿਆ ਬਸ ਹੋ ਗਿਆ। ਉਹ ਹਥੌਲਿਆਂ ਚੋਂ ਜ਼ਰਾ ਨਿਕਲੀਏ ਤਾਂ ਅਸੀਂ ਬਹੁਤ ਜਾਨਾਂ ਬਚਾ ਸਕਦੇ ਹਾਂ। ਸੱਚ ਜਾਣਿਓ ਮੈਂ ਇਹ ਮੌਕਾ ਹੀ ਲੱਭਦੀ ਹਾਂ ਵੀ ਕਿਵੇਂ ਦੱਸਾਂ ਸਾਡੀਆਂ ਆਪਣੀਆਂ ਭੈਣਾਂ ਨੂੰ, ਬੀਬੀਆਂ ਨੂੰ, ਮਾਵਾਂ ਨੂੰ
ਕਿ ਛਾਤੀ ਦਾ ਕੈਂਸਰ ਭਈ ਅਜਿਹਾ ਜੇ ਜਿੱਥੋਂ ਤੁਸੀਂ ਬਚ ਸਕਦੇ ਹੋ, ਲੰਬੀ ਉਮਰ ਭੋਗ ਸਕਦੇ ਹੋ। ਸਟੇਜ 1 ਤੇ ਲੱਭ ਕੇ ਤੁਸੀਂ ਉਹਦੇ ਮਾਰੂ ਅਸਰਾਂ ਤੋਂ ਬਚ ਸਕਦੇ ਹੋ, ਪਰ ਸਿਰਫ ਇਸ ਕਰਕੇ ਕਿ ਮਨ ਅੰਦਰ ਇੱਕ ਸ਼ਰਮ, ਇੱਕ ਵਹਿਮ ਕਿ ਨਾ ਮੈਂ ਕਿਉਂ ਦਿਖਾਣ ਜਾਵਾਂ ਦੇ ਚੱਕਰ ਵਿੱਚ ਉਹ ਇੰਨਾ ਫੈਲ ਜਾਂਦਾ ਕਿ ਛਾਤੀ ਕੱਟਣੀ ਤੱਕ ਪੈਂਦੀ ਜੇ। ਲਗਾਤਾਰ ਦਵਾਈਆਂ, ਉਹਦੇ ਮਾੜੇ ਅਸਰ, ਫਿਰ ਆਖਰ ਕਿਉਂ ਅਸੀਂ ਛੇਤੀ ਆਪਣਾ ਇਲਾਜ ਨਹੀਂ ਕਰਾਉਂਦੇ। ਉਹਨਾਂ ਕਾਰਨਾਂ ਕਰਕੇ ਅਸੀਂ ਜ਼ਰੂਰੀ ਸੀ ਕਿ ਇਹੋ ਜਿਹੇ ਪ੍ਰੋਗਰਾਮ, ਮੈਂ ਤੁਹਾਨੂੰ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਹੋ ਜਿਹਾ ਪ੍ਰੋਗਰਾਮ ਲਿਆਇਓ ਕਿ ਅਸੀਂ ਸਹੀ ਖੁਰਾਕ ਖਾਈਏ ਤੇ ਇਹਨਾਂ ਅਡੰਬਰਾਂ ਤੋਂ ਬਚੀਏ, ਜੋ ਭਾਵੇਂ ਧਾਰਮਿਕ ਅਡੰਬਰ ਨੇ ਤੇ ਭਾਵੇਂ ਕਿਸੇ ਲੋਕਾਂ ਦੇ ਬਣਾਏ ਹੋਏ। ਇਹਨਾਂ ਤੋਂ ਹਥੌਲਿਆਂ ਤੋਂ ਨਿਕਲੀਏ ਤਾਂ ਕਿ ਅਸੀਂ ਸਹੀ ਇਲਾਜ ਨਾਲ ਲੰਬੀ ਉਮਰ ਭੋਗ ਸਕੀਏ। ਜੀ ਜੀ, ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਆਪਣਾ ਮਕਸਦ ਵੀ ਇਹੀ ਹੈ ਕਿ ਆਪਾਂ ਸਹੀ ਜਿਹੜਾ ਖਾਣਾ ਹੈ ਉਹ ਸਹੀ ਕਿਸ ਤਰੀਕੇ ਨਾਲ ਖਾਣਾ ਹੈ ਤੇ ਕਿਵੇਂ ਉਹਨੂੰ ਤੁਸੀਂ ਵਰਤਣਾ ਹੈ, ਕਿੰਨਾ ਖਾਣਾ ਹੈ, ਉਹ ਜਾਣਕਾਰੀ ਹੈ ਜਿਹੜੀ ਲੋਕਾਂ ਨੂੰ ਦੇਈਏ। ਤੇ ਤੁਹਾਡੇ ਤੋਂ ਬਿਨਾਂ ਇਹ ਪ੍ਰੋਗਰਾਮ ਨਹੀਂ ਸਕਸੈਸਫੁਲ ਹੋ ਸਕਦਾ। ਅਸੀਂ ਵੀ ਇਹ ਤੋਂ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਉਹ ਹਾਸਿਲ ਕਰਦੇ ਹਾਂ। ਜੀ ਹੁਣ ਦੇਖੋ, ਜਿਵੇਂ ਮੈਂ ਦੱਸੀ ਜਾ ਰਹੀ ਹਾਂ ਵਾਰ-ਵਾਰ ਕਿ ਮੈਨੂੰ ਪਤਾ ਹੈ, ਹਾਲਾਂਕਿ ਜਿੰਨਾ ਮਰਜ਼ੀ ਵੀ ਕਹੀ ਜਾਵਾਂਗੇ ਤਾਂ ਸੁਣਨ ਵਾਲਿਆਂ 'ਚੋਂ 30% ਹੋਣਗੇ ਜਿਹੜੇ ਅੱਜ ਹੀ ਜਾ ਕੇ ਸਪਿਰੋਲੀਨਾ ਲਿਆਉਣਗੇ ਤੇ ਖਾਣਗੇ ਤੇ ਫਿਰ ਉਹਦੇ ਮਾੜੇ ਅਸਰ ਵੀ ਝੱਲਣਗੇ, ਕਿਉਂਕਿ ਨਹੀਂ ਮੰਨਦੇ ਜਿੰਨਾ ਮਰਜ਼ੀ ਦੱਸੀ ਜਾਈਏ। ਹੁਣ ਜਿਵੇਂ ਮੈਟਫੋਰਮਿਨ ਦਵਾਈ ਖਾਣ ਵਾਲੇ 25 ਸ਼ੱਕਰ ਰੋਗੀਆਂ ਨੂੰ 2 ਮਹੀਨੇ 2 ਗ੍ਰਾਮ ਸਪਿਰੋਲੀਨਾ ਖਵਾਈ ਤਾਂ ਇਹ ਦੇਖਣ ਵਿੱਚ ਆਇਆ ਵੀ ਕਈਆਂ ਨੂੰ ਲੱਗਿਆ ਵੀ ਕਿਉਂਕਿ ਮੇਰੀ ਸ਼ੱਕਰ ਦੀ ਮਾਤਰਾ ਇੰਨੀ ਘੱਟ ਰਹੀ ਹੈ, ਕੰਟਰੋਲ 'ਚ ਆ ਰਹੀ ਹੈ, ਤਾਂ ਮਜ਼ਾ ਹੀ ਆ ਗਿਆ ਵੀ 4 ਗ੍ਰਾਮ ਖਾ ਲੈਂਦੇ ਹਾਂ ਵੀ 2 ਗ੍ਰਾਮ ਦੀ ਥਾਂ ਤਾਂ ਜਮਾ ਹੀ ਠੀਕ ਹੀ ਹੋ ਜਾਵਾਂਗੇ। ਉਹਨਾਂ ਵਿੱਚੋਂ ਕੁਝ ਕੁ ਮਸਾਂ ਹੀ ਮੌਤ ਦੇ ਮੂੰਹੋਂ ਵਾਪਸ ਲਿਆਏ ਗਏ ਕਿਉਂਕਿ ਇੰਨੀ ਜ਼ਿਆਦਾ ਸ਼ੱਕਰ ਦੀ ਮਾਤਰਾ ਡਿੱਗ ਗਈ ਕਿ ਉਹ ਬੇਹੋਸ਼ੀ ਜੀ ਚਲੇ ਗਏ ਸਨ, ਕਈਆਂ ਦੇ ਦਿਮਾਗ ਦੀ ਸੋਜ਼ਿਸ਼ ਤੱਕ ਹੋ ਗਈ। ਸੋ ਇਹ ਮੈਂ ਤੁਹਾਨੂੰ ਖਬਰਦਾਰ ਇਸੇ ਲਈ ਕਰ ਰਹੀ ਹਾਂ ਇੱਕ ਤਰੀਕੇ ਕਿ ਇਹ ਬਹੁਤ ਜ਼ਿਆਦਾ ਤਗੜਾ ਅਸਰ ਦਿਖਾਉਣ ਵਾਲੀ ਚੀਜ਼ ਜੇ, ਯਾਨੀ ਇਹ ਅਸੀਂ ਦਿੱਤੀ ਹੋਈ ਜੇ ਕਿ ਮੈਟਫੋਰਮਿਨ ਦਵਾਈ ਦੇਣ ਵਾਲਿਆਂ ਨੂੰ ਸਪਿਰੂਲੀਨਾ ਦੇਣ ਨਾਲ ਅੱਧੀ ਖੁਰਾਕ ਕਰਨ ਨਾਲ ਵੀ ਉਹਨਾਂ ਦੀ ਡਾਇਬਟੀਜ਼ ਕੰਟਰੋਲ 'ਚ ਰਹਿੰਦੀ ਹੈ, ਪਰ ਸਿਰਫ ਡਾਕਟਰੀ ਸਲਾਹ ਨਾਲ ਖਾਣੀ ਠੀਕ ਹੈ। ਕਿਵੇਂ ਗੁਰਦੇ ਬਚਾਉਣੇ ਨੇ, ਕਿਵੇਂ ਸਭ ਕੁਛ ਕਰਨਾ। ਸੋ ਇਹ ਯਾਨੀ ਇਹ ਵੀ ਰਿਸਰਚ ਹੋ ਚੁੱਕੀ ਹੈ ਅਮਰੀਕਾ ਵਿੱਚ ਕਿ HbA1c 9% ਸੀ ਜਿਹਦਾ ਉਹਨਾਂ ਨੂੰ 2 ਮਹੀਨੇ ਹੀ ਸਿਰਫ ਜਦੋਂ ਸਪਿਰੂਲੀਨਾ ਐਗਜ਼ੈਕਟ ਡੋਜ਼ ਵਿੱਚ ਦੱਸੀ ਗਈ ਤਾਂ ਉਹਨਾਂ ਦਾ 2 ਮਹੀਨਿਆਂ ਬਾਅਦ 8% ਰਹਿ ਗਿਆ। ਯਾਨੀ ਇਹ ਸ਼ੱਕਰ ਰੋਗੀਆਂ ਲਈ ਤਾਂ ਕੁਦਰਤ ਨੇ ਤੁਸੀਂ ਕਹਿ ਲਓ ਵੀ ਬੜੀ ਕਮਾਲ ਦੀ ਚੀਜ਼ ਸਾਨੂੰ ਬਣਾ ਕੇ ਦੇ ਦਿੱਤੀ ਹੈ ਕਿ ਇਹਦੀ ਰੈਗੂਲਰ ਵਰਤੋਂ ਲਈ। ਪਰ ਮੈਂ ਫਿਰ ਦੁਬਾਰਾ ਉਹੀ ਕਹਿ ਦਿਆਂ, ਬਗੈਰ ਡਾਕਟਰੀ ਸਲਾਹ ਦੇ ਕਦੇ ਵੀ ਨਹੀਂ ਲੈਣੀ ਚਾਹੀਦੀ ਜੀ, ਕਿਉਂਕਿ ਦੇਖੋ ਜਿਉਂਦਾ ਕੀਟਾਣੂ ਹੈ। ਮੇਰੀ ਕਿਸ ਕਰਕੇ ਮੈਂ ਵਾਰ-ਵਾਰ ਇਹ ਕਹਿ ਰਹੀ ਹਾਂ ਨਾ ਲਿਓ। ਹੁਣ ਇਹ ਫਰਜ਼ ਕਰੋ ਕਿਉਂਕਿ ਜਿੱਥੇ ਵੀ ਮਰਜ਼ੀ ਉੱਗ ਜਾਂਦਾ ਜੇ, ਕੀਟਾਣੂ ਹੈ ਨਾ, ਆਖਰ ਗੰਦਗੀ 'ਚ ਉੱਗੇਗਾ ਹਰ ਥਾਂ। ਤੇ ਹੁਣ ਕਿਤੇ ਗੰਦਗੀ 'ਚ ਜਾਂ ਕੀਟਨਾਸ਼ਕਾਂ ਵਾਲੀ ਥਾਂ ਤੇ ਉੱਗਿਆ ਹੋਵੇ ਤਾਂ ਇਹ ਐਸਾ ਪਾਵਰਫੁਲ ਹੈ ਕਿ ਇਹ ਸਾਰੇ ਦੇ ਸਾਰੇ ਕੀਟਨਾਸ਼ਕ ਤੇ ਗੰਦਗੀ ਆਪਣੇ ਅੰਦਰ ਝਟਪਟ ਲੈ ਕੇ ਪੂਰਾ ਬੂਟਾ ਇੱਕ ਜ਼ਹਿਰ ਦਾ ਤਿਆਰ ਹੋ ਸਕਦਾ ਜੀ। ਇਨਸਾਨੀ ਜਿਗਰ ਦਾ ਇੱਕ ਖੁਰਾਕ ਨਾਲ ਨਾਸ ਮਾਰ ਸਕਦਾ, ਇੰਨਾ ਪਾਵਰਫੁਲ ਇਹ ਚੀਜ਼ ਹੈ। ਸੋ ਸਪਿਰੂਲੀਨਾ ਤਾਂ ਬਹੁਤ ਧਿਆਨ ਨਾਲ, ਸਿਰਫ ਕਿਉਂਕਿ ਤੁਸੀਂ ਜਦੋਂ ਬਾਜ਼ਾਰੋਂ ਲੈ ਲੈਂਦੇ ਹੋ ਕਿਸੇ ਥਾਂ ਤੇ ਨਹੀਂ ਲਿਖਿਆ ਮਿਲਦਾ, ਕਿਸੇ ਦਵਾਈ ਤੇ, ਕਿਸੇ ਕੈਪਸੂਲ ਤੇ ਕਿ ਭਈ ਇਹ ਕਿੱਥੋਂ ਬਣਾਇਆ ਗਿਆ, ਕਿੰਨੀ ਮਾਤਰਾ 'ਚ ਲੈਣਾ। ਸੋ ਕੋਸ਼ਿਸ਼ ਇਹ ਕਰੋ ਕਿ ਡਾਕਟਰੀ ਸਲਾਹ ਨਾਲ ਲਿਆ ਜਾਏ। ਅੱਜ ਕੱਲ੍ਹ ਜਿਵੇਂ ਲੈਬੋਰੇਟਰੀਜ਼ ਵਿੱਚ ਉਗਾਇਆ ਜਾਣ ਲੱਗ ਗਿਆ ਅਮਰੀਕਾ ਵਿੱਚ, ਤੇ ਹੁਣ ਸਿਰਫ ਤੇ ਸਿਰਫ ਉਹੀ ਵਰਤੋਂ ਵਿੱਚ ਲਿਆਇਆ ਜਾ ਸਕਦਾ ਸਪਿਰੂਲੀਨਾ ਜਿਹੜਾ ਸਾਫ਼ ਲੈਬੋਰੇਟਰੀ 'ਚ ਅੰਦਰ ਉਗਾਇਆ ਗਿਆ, ਉਸੇ ਤੋਂ ਹੀ ਦਵਾਈਆਂ ਬਣ ਰਹੀਆਂ ਨੇ। ਪਰ ਆਪਣਾ ਸਾਨੂੰ ਪਤਾ ਹੈ ਕਿ ਭਾਰਤ ਵਿੱਚ ਅਸੀਂ ਹਰ ਤਰ੍ਹਾਂ ਦਾ, ਜਿੱਥੇ ਕਿਤੇ ਜੰਗਲੀ ਉੱਗਿਆ ਦਿਸਿਆ ਉਹਨੂੰ ਚੱਕਿਆ ਤੇ ਉਹ ਤੁਸੀਂ ਪਾਣੀ ਸਾਫ਼ ਹੈ ਕਿ ਗੰਦਾ ਪਾਣੀ ਵਿੱਚੋਂ ਕੱਢਿਆ ਤੇ ਵਰਤ ਲਿਆ। ਤੇ ਸਾਨੂੰ ਪਤਾ ਹੈ ਸਾਡੇ ਦਰਿਆਈ ਪਾਣੀ ਕਿੰਨਾ ਜ਼ਹਿਰੀਲਾ ਹੋ ਚੁੱਕਾ ਜੇ। ਸੋ ਉੱਥੋਂ ਦਾ ਬਣਿਆ ਸਪਿਰੂਲੀਨਾ ਸਿਰਫ ਸਾਨੂੰ ਜ਼ਹਿਰ ਹੀ ਦਏਗਾ। ਜੀ ਜੀ, ਬਿਲਕੁਲ ਬਿਲਕੁਲ। ਜਿਨ੍ਹਾਂ ਨੂੰ ਮੱਛੀ ਜਾਂ ਹੋਰ ਸਮੁੰਦਰੀ ਜੀਵਾਂ ਜਿਵੇਂ ਕੇਕੜੇ, ਝੀਂਗੇ ਤੋਂ ਐਲਰਜੀ ਹੋਵੇ, ਉਹ ਸਪਿਰੂਲੀਨਾ ਨੂੰ ਮੂੰਹ ਦੇ ਵਿੱਚ ਪਾ ਹੀ ਨਹੀਂ ਸਕਦੇ ਕਿਉਂਕਿ ਇਹ ਵੀ ਸਮੁੰਦਰੀ ਜੀਵ ਹੀ ਹੈ ਇੱਕ ਤਰੀਕੇ। ਇਹਨੂੰ ਨਾ ਖਾਣ
ਕਿਉਂਕਿ ਇਹਦੇ ਭਾਵੇਂ ਤੱਤ ਸਾਰੇ ਬੂਟੇ ਵਰਗੇ ਨੇ ਇਹਦੇ ਵਿੱਚ ਪ੍ਰੋਟੀਨ, ਪਰ ਐਲਰਜੀ ਜਿਨ੍ਹਾਂ ਨੂੰ ਹੋਵੇ, ਕਿਉਂਕਿ ਬਹੁਤਿਆਂ ਤੇ ਟਰਾਈ ਹੀ ਨਹੀਂ ਕੀਤਾ ਗਿਆ, ਪਰ ਜਿੰਨਿਆਂ ਕਿਤੇ ਵੀ ਕੀਤਾ ਗਿਆ ਉਹਨਾਂ ਨੂੰ ਇਹਦੇ ਤੋਂ ਤਗੜੀ ਐਲਰਜੀ ਲੱਭੀ। ਇਸ ਕਰਕੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਤੋਂ ਐਲਰਜੀ ਹੈ ਉਹ ਨਾ ਖਾਣ। ਬਿਲਕੁਲ ਇਸੇ ਤਰ੍ਹਾਂ ਜਿਨ੍ਹਾਂ ਨੂੰ ਥਾਇਰੋਇਡ ਦੀਆਂ ਬਿਮਾਰੀਆਂ ਵਧੀਆਂ ਹੋਣ, ਜੋੜਾਂ ਦੇ ਦਰਦ ਵਧੇ ਹੋਣ, ਗੁਰਦੇ ਦੀ ਪੱਥਰੀ ਹੋਵੇ ਜਾਂ ਫਿਨਾਈਲ ਕੀਟੋਨਿਊਰੀਆ, ਇਹਨਾਂ ਨੂੰ ਕਿਸੇ ਹਾਲ ਵਿੱਚ ਸਪਿਰੁਲੀਨਾ ਨਹੀਂ ਲੈਣੀ ਚਾਹੀਦੀ ਕਦੇ ਵੀ। ਇੰਜੀ ਪਤੀ ਔਰਤਾਂ ਤੇ ਦੁੱਧ ਪਿਆਉਂਦੀਆਂ ਮਾਵਾਂ, ਉਹਨਾਂ ਤੇ ਅਜੇ ਤੱਕ ਕੋਈ ਟੈਸਟ ਨਹੀਂ ਕੀਤਾ ਗਿਆ। ਦੇਖੋ ਮੈਂ ਤੁਹਾਨੂੰ ਸਿਰਫ ਖੋਜਾਂ ਤੇ ਆਧਾਰਿਤ ਗੱਲ ਕਰਦੀ ਹਾਂ। ਕੱਲ ਨੂੰ ਕੋਈ ਮਾੜਾ ਅਸਰ ਦਿਸ ਜਾਏ ਹੋਣ ਵਾਲੇ ਬੱਚੇ ਤੇ, ਜਾਂ ਜਿਸ ਨੂੰ ਦੁੱਧ ਪਿਆ ਰਹੇ ਉਸ ਬੱਚੇ ਤੇ, ਸਾਨੂੰ ਪਤਾ ਨਹੀਂ, ਇਹ ਵੀ ਹੋ ਸਕਦਾ ਉਹਨਾਂ ਤੇ ਬਹੁਤ ਚੰਗਾ ਅਸਰ ਹੋਏ, ਪਰ ਅੱਜ ਦੇ ਦਿਨ ਤੱਕ ਕੋਈ ਖੋਜ ਉਹਨਾਂ ਤੇ ਨਹੀਂ ਕੀਤੀ ਗਈ। ਸੋ ਬਿਹਤਰ ਹੈ ਕਿ ਅਸੀਂ ਗਰਭਵਤੀ ਮਾਵਾਂ ਤੇ ਦੁੱਧ ਪਿਆਉਂਦੀਆਂ ਮਾਵਾਂ ਇਹ ਨਾ ਖਾਣ ਸਪਿਰੁਲੀਨਾ, ਅਜੇ ਤੱਕ ਸਾਨੂੰ ਉਹਨਾਂ ਦੇ ਅਸਰ ਹੀ ਨਹੀਂ ਪਤਾ ਜੀ। ਹੁਣ ਜਿਨ੍ਹਾਂ ਦੇ ਵਿੱਚ ਲਹੂ ਪਤਲਾ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਨੇ, ਉਹਨਾਂ ਲਈ ਇਹ ਬਹੁਤ ਤਗੜਾ ਅਸਰ ਵਿਖਾ ਦਿੰਦੀ ਜੇ, ਉਹਦਾ ਘਟਾ ਵੀ ਸਕਦੀ ਹੈ ਅਸਰ, ਵਧਾ ਵੀ ਸਕਦੀ ਹੈ। ਸੋ ਉਹਨਾਂ ਨੂੰ ਜ਼ਰੂਰ ਡਾਕਟਰੀ ਸਲਾਹ ਨਾਲ ਹੀ ਖਾਣਾ ਚਾਹੀਦਾ। ਇਮਿਊਨਿਟੀ ਵਧਾਉਣ ਲਈ ਵੀ ਜਿਵੇਂ ਮੈਂ ਦੱਸਿਆ ਬਹੁਤ ਤਗੜਾ ਅਸਰ ਦੱਸਦੀ ਹੈ, ਪਰ ਕਈ ਵਾਰ ਤੁਹਾਡੀ ਇਮਿਊਨ ਸਿਸਟਮ ਦੀਆਂ ਬਿਮਾਰੀਆਂ ਹੁੰਦੀਆਂ ਜੇ, ਜਿਨ੍ਹਾਂ ਤੇ ਖੁਰਾਕ ਬੜੀ ਧਿਆਨ ਨਾਲ ਦੇਣੀ ਪੈਂਦੀ ਹੈ, ਵੱਧ ਜਾਂ ਘੱਟ ਨਾ ਹੋ ਜਾਏ, ਉਦੋਂ ਵੀ ਡਾਕਟਰੀ ਸਲਾਹ ਨਾਲ ਜ਼ਰੂਰ ਲੈਣੀ ਚਾਹੀਦੀ ਹੈ। ਜੇ ਇਮਿਊਨਿਟੀ ਦੀ ਪ੍ਰੋਬਲਮ ਹੈ ਹਰ ਹਾਲ ਵਿੱਚ ਖਾਣਾ ਪਏਗਾ, ਪਰ ਡਾਕਟਰੀ ਸਲਾਹ ਨਾਲ। ਹੁਣ ਇਹਦੇ ਵਿੱਚ ਹੁਣ ਤੱਕ ਜਿਵੇਂ ਮੈਂ ਦੱਸਿਆ ਕਿ ਆਇਰਨ ਜਿਵੇਂ ਨਹੀਂ ਅਸਰ ਕਰਦਾ, ਉਸੇ ਤਰ੍ਹਾਂ ਵਿਟਾਮਿਨ B12 ਇਸ 'ਚ ਭਾਵੇਂ ਭਰਿਆ ਪਿਆ, ਪਰ ਸਾਡਾ ਇਨਸਾਨੀ ਸਰੀਰ ਇਸ ਤੋਂ ਸਪਿਰੁਲੀਨਾ 'ਚੋਂ ਹਜ਼ਮ ਨਹੀਂ ਕਰ ਸਕਦਾ। ਸੋ ਜਿਨ੍ਹਾਂ ਨੂੰ ਵਿਟਾਮਿਨ B12 ਦੀ ਕਮੀ ਹੈ ਉਹ ਵੱਖਰੀ ਦਵਾਈ ਉਹਨਾਂ ਨੂੰ ਖਾਣੀ ਹੀ ਪੈਣੀ ਹੈ। ਜੀ ਜੀ। ਯਾਨੀ ਕਹਿਣ ਦਾ ਦੇਖੋ ਮੇਰਾ ਮੋਟਾ ਤੁਹਾਨੂੰ ਮੈਂ ਜੇ ਸਾਰ ਇੱਕ ਤਰੀਕੇ ਦੱਸਣਾ ਹੋਏ ਕਿ ਸਪਿਰੁਲੀਨਾ ਤੇ ਸੈਂਕੜੇ ਖੋਜਾਂ ਹੋ ਗਈਆਂ ਨੇ। ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿਹੜੀ 1974 ਤੋਂ ਜਿਹੜੀਆਂ UN ਨੇ ਉਦੋਂ ਕਹਿਤਾ ਸੁਪਰ ਫੂਡ ਨੰਬਰ 1 ਆਫ ਦੀ ਵਰਲਡ, ਤੋਂ ਲੈ ਕੇ ਹੁਣ ਸਾਨੂੰ ਦੇਖ ਲਓ 2021 ਤੱਕ ਲਗਾਤਾਰ ਖੋਜਾਂ ਸੈਂਕੜੇ ਹੋ ਚੁੱਕੀਆਂ ਨੇ। ਅਜੇ ਘੱਟੋ ਘੱਟ ਜੋ ਸਾਡੇ ਕੋਲ ਅਜੇ ਤੱਕ ਰਿਕਾਰਡ ਹੈਗਾ 224 ਹੋਰ ਖੋਜਾਂ ਚੱਲ ਰਹੀਆਂ ਨੇ। ਜੀ ਜੀ। ਇਹਨਾਂ ਵਿੱਚ ਖੁਰਾਕ ਵੀ 1 ਗ੍ਰਾਮ ਤੋਂ ਲੈ ਕੇ 8 ਗ੍ਰਾਮ ਤੱਕ ਵੱਖੋ ਵੱਖਰੀਆਂ ਬਿਮਾਰੀਆਂ 'ਚ ਵਰਤੀਆਂ ਜਾ ਰਹੀਆਂ। ਕਿਸੇ 'ਚ 4.5 ਗ੍ਰਾਮ ਹੈ, ਕਿਸੇ 'ਚ 3 ਗ੍ਰਾਮ ਹੈ, ਕਿਸੇ 'ਚ 6 ਹਫ਼ਤੇ ਖਵਾਈ ਗਈ, ਕਿਸੇ 'ਚ 4 ਮਹੀਨੇ, ਕਿਸੇ 'ਚ 1 ਸਾਲ। ਸੋ ਵੱਖੋ ਵੱਖਰੀਆਂ ਖੋਜਾਂ ਜੋ ਨਤੀਜੇ ਕੱਢ ਰਹੀਆਂ ਨੇ ਉਹਨਾਂ ਦਾ ਨਿਚੋੜ ਹੀ ਮੈਂ ਇੱਕ ਤਰੀਕੇ ਤੁਹਾਨੂੰ ਸਾਰਾ ਦੱਸਿਆ ਕਿ ਸਪਿਰੁਲੀਨਾ ਦੀ ਵਰਤੋਂ ਤੋਂ ਪਹਿਲਾਂ ਉਮਰ, ਲਿੰਗ, ਦਿਲ ਦੀ ਸਿਹਤ, ਭਾਰ, ਜਿਗਰ, ਗੁਰਦੇ ਦਾ ਹਾਲ, ਬਲੱਡ ਪ੍ਰੈਸ਼ਰ, ਨਸਾਂ ਦੀ ਕਮਜ਼ੋਰੀ, ਸ਼ੱਕਰ ਦੀ ਮਾਤਰਾ, ਅੱਖਾਂ ਦੀ ਸਿਹਤ ਤੋਂ ਇਲਾਵਾ ਹੋਰ 100 ਚੀਜ਼ਾਂ ਨੇ ਘੱਟੋ ਘੱਟ ਜਿਹੜੀਆਂ ਟੈਸਟ ਕਰਨ ਬਾਅਦ ਹੀ ਸਹੀ ਖੁਰਾਕ ਇਹਦੀ ਦੱਸੀ ਜਾ ਸਕਦੀ ਹੈ ਸਪਿਰੁਲੀਨਾ ਦੀ। ਯਾਨੀ ਇਹ ਸਪਸ਼ਟ ਹੈ ਕਿ ਇਸ ਤੋਂ ਵੱਧ ਸਿਹਤਮੰਦ ਤੇ ਤਾਕਤਵਰ ਖਾਣਾ ਇਸ ਧਰਤੀ ਤੇ ਅਜੇ ਤੱਕ ਲੱਭਿਆ ਨਹੀਂ ਜਾ ਸਕਿਆ, ਨਾ ਪੁਲਾੜ ਤੇ ਲੱਭਿਆ ਜਾ ਸਕਿਆ, ਪਰ ਢੰਗ ਨਾਲ ਖਾਣਾ ਹੋਵੇ। ਪਰ ਇਹ ਖਾਣ ਲੱਗਿਆ ਬਹੁਤ ਇਹਤਿਆਤ ਨਾਲ, ਸਹੀ ਮਿਕਦਾਰ ਨਾਲ ਖਾਣ ਨਾਲ ਤੁਸੀਂ ਬਾ ਕਮਾਲ ਅਸਰ ਇਸ ਤੋਂ ਲੈ ਸਕਦੇ ਹੋ। ਇਹ ਵਾਕਈ ਸੁਪਰ ਫੂਡ ਹੈ। ਜਿੰਨੀਆਂ ਕੁ ਹੁਣ ਰਿਸਰਚਜ਼ ਆ ਚੁੱਕੀਆਂ ਨੇ, ਆਉਣ ਵਾਲੇ ਸਮੇਂ 'ਚ ਹੋ ਸਕਦਾ ਇਸ ਤੋਂ ਹੋਰ ਕੋਈ ਨਵੇਂ ਨਤੀਜੇ, ਜੋ ਕਿ ਇੱਕ ਖੋਜ ਦੇ ਆਪਾਂ ਜ਼ਰੂਰ ਜੇ ਸਾਡੇ ਜਿਉਂਦੇ ਰਹੇ ਤਾਂ ਮੈਂ ਦੱਸਣੀ ਚਾਹਾਂਗੀ, ਕਿਉਂਕਿ 25 ਸਾਲਾਂ ਤੋਂ ਚੱਲਦੀ ਖੋਜ ਸੀ ਜਿਹਦੇ ਨਤੀਜੇ ਅਸੀਂ ਦੇਖ ਰਹੇ ਹਾਂ ਕਿ ਸ਼ਾਇਦ ਅਗਲੇ ਸਾਲ ਤੱਕ ਉਹਨੂੰ ਕੰਪਾਈਲ ਕਰਨਗੇ ਰਿਸਰਚ ਨੂੰ। ਉਹਦੇ 'ਚ ਵੀ ਘੱਟੋ ਘੱਟ 13 ਰੋਗਾਂ ਤੇ ਇਹਦਾ ਅਸਰ ਦੇਖਿਆ ਜਾ ਰਿਹਾ ਹੈ ਤੇ 13 ਦੇ 13 ਰੋਗ ਉਹ ਨੇ ਜੋ ਲਾ ਇਲਾਜ ਨੇ, ਹਾਲੇ ਤੱਕ ਸਾਡੇ ਕੋਲ ਕੋਈ ਦਵਾਈ ਨਹੀਂ ਲੱਭੀ, ਉਹਨਾਂ ਤੇ ਸਪਿਰੁਲੀਨਾ ਅਸਰ ਦਿਖਾ ਰਹੀ ਹੈ। ਕਿਸ ਤਰ੍ਹਾਂ ਅਗਲੇ ਸਾਲ ਤੱਕ ਉਹਦੀ ਸਾਡਾ ਪੂਰੀ ਖੋਜ ਦਾ ਨਿਚੋੜ ਆਏਗਾ 25 ਸਾਲਾਂ ਦਾ, ਤਾਂ ਉਹ ਸ਼ਾਇਦ ਇਸ ਨੂੰ ਸੁਪਰ ਡੁਪਰ ਫੂਡ ਕਰ ਦੇਵੇ ਤਾਂ ਉਹ ਬੜੀ ਕਮਾਲ ਦੀ ਗੱਲ ਹੋਏਗੀ। ਪਰ ਉਦੋਂ ਤੱਕ ਸਲਾਮ ਕਰਦੇ ਹਾਂ ਜਿਹੜੇ ਵੀ ਸਾਰੇ ਖੋਜਾਂ ਵਿੱਚ ਜੁਟੇ ਨੇ, ਉਮਰਾਂ ਲਾਈਆਂ ਕਿ ਲੋਕਾਂ ਦੀ ਸਿਹਤ
ਜਿਹੜੀ ਠੀਕ ਰੱਖ ਸਕਣ। ਪਰ ਉਹਦੇ ਵਿੱਚ ਵੀ ਫਿਰ ਮੈਂ ਕਹਾਂ ਕਿ ਅਸੀਂ 25 ਸਾਲਾਂ ਦੇ ਨਿਚੋੜ ਨੂੰ ਤੁਸੀਂ ਕਹੋ ਇੱਕ ਟੈਲੀਫੋਨ ਕਾਲ ਤੇ ਠੀਕ ਕਰ ਦਿਓ, ਨਹੀਂ ਹੋ ਸਕਦਾ। ਸੋ ਇਹ ਸਾਰਾ ਜਾਣ ਲੈਣ ਬਾਅਦ ਮੇਰਾ ਖਿਆਲ ਸਭ ਨੂੰ ਬੜੀ ਸੋਹਣੇ ਤਰੀਕੇ ਸਮਝ ਆ ਸਕਦੀ ਹੈ ਕਿ ਪੂਰਾ ਚੈੱਕਅਪ ਕਰਾਉਣ ਬਾਅਦ ਹਰ ਸਰੀਰ ਦੀ ਵੱਖਰੀ ਖੁਰਾਕ ਦੇ ਵਿੱਚ ਇਹ 40 ਸਾਲਾਂ ਤੋਂ ਬਾਅਦ ਤਾਂ ਲੈਣੀ ਹੀ ਪੈਣੀ ਹੈ। 40 ਲੈ ਜਿਨ੍ਹਾਂ ਦੇ ਕੁਝ ਸਪੈਸ਼ਲ ਰਿਸਕਸ ਹੋਣ ਜਾਂ ਤੁਹਾਡੇ ਟੈਸਟਾਂ ਰਾਹੀਂ ਕੁਝ ਦਿਸ ਰਿਹਾ, ਜਿਵੇਂ ਅਸੀਂ ਇਮਿਊਨਿਟੀ ਤਾਂ ਤੁਸੀਂ ਦੇਖ ਹੀ ਲਿਆ ਕਿ ਸਾਡੀ ਕਿੱਡੀ ਕੁ ਉਹ ਕਿਉਂ ਖਰਾਬ ਕਰ ਰਹੇ ਹਾਂ ਮਾੜੀਆਂ ਖੁਰਾਕਾਂ ਨਾਲ। ਜੇ ਤੰਦਰੁਸਤ ਰਹਿਣਾ ਤੇ ਅਸੀਂ ਕਸਰਤ ਹਰ ਰੋਜ਼ ਕਰੀਏ ਤੇ ਸੰਤੁਲਿਤ ਖੁਰਾਕ ਖਾਈਏ ਤਾਂ ਬਿਮਾਰੀ ਨੇੜੇ ਢੁਕਦੀ ਨਹੀਂ। ਪਰ ਸਭ ਤੋਂ ਵੱਡੀ ਗੱਲ ਜੇ ਤਣਾਓ ਛੱਡ ਦਈਏ। ਬਿਲਕੁਲ ਬਿਲਕੁਲ, ਇਹ ਸਾਰੀਆਂ ਬਿਮਾਰੀਆਂ ਦਾ ਕਹਿੰਦੇ ਇਲਾਜ ਹੈਗਾ ਜੇ ਤਣਾਓ ਆਪਾਂ ਤਣਾਓ ਛਡਾ ਲਈਏ। ਸਿੰਪਲ ਜਿਹਾ ਸ਼ਬਦ ਜੋ ਸਾਨੂੰ ਬਖਸ਼ ਦਿੱਤਾ ਗਿਆ, ਬਸ ਉਹੀ ਜੇ ਰਾਤ ਸੌਣ ਲੱਗਿਆ ਸ਼ੁਕਰਾਨਾ ਕਰ ਲਈਏ, ਸ਼ੁਕਰ ਹੈ ਰੱਬਾ ਜੋ ਕੁਛ ਹੁਣ ਤੱਕ ਹਾਸਲ ਹੋਇਆ, ਬਹੁਤ ਧੰਨਵਾਦ। ਕਿਉਂਕਿ ਅਸੀਂ ਹਾਸਲ ਹੋਈਆਂ ਚੀਜ਼ਾਂ ਨੂੰ ਤਾਂ ਗਿਣਦੇ ਹੀ ਨਹੀਂ, ਹੋਰ ਦੀ ਲਾਲਸਾ ਸਾਨੂੰ ਪਤਾ ਨਹੀਂ ਕਿਹੜੇ ਚੱਕਰ ਵਿਊ 'ਚ ਰਲਾ ਕੇ ਖਤਮ ਕਰੀ ਜਾਂਦੀ ਹੈ। ਸੋ ਜੇ ਸ਼ੁਕਰ ਕਰਨਾ ਸਿੱਖ ਜਾਈਏ ਤਾਂ ਸਮਝ ਆਉਂਦੀ ਹੈ ਜ਼ਿੰਦਗੀ ਸੀਮਤ ਹੈ, ਇਸਨੂੰ ਜੀਣਾ ਵੀ ਹੈ, ਹੋਰ ਤਾਂ ਕਦੇ ਮੁੱਕਣਾ ਹੀ ਨਹੀਂ ਉਸ ਗੇੜ ਦੇ ਵਿੱਚ। ਬਸ ਇੰਨੀ ਇੱਕ ਨੇਕ ਸਲਾਹ ਜੇ ਮੇਰੀ ਕਿ ਜੇ ਅਸੀਂ ਇੱਕ ਸਿਰਫ ਸ਼ਬਦ ਸ਼ੁਕਰਾਨਾ ਆਪਣੇ 'ਚ ਲਾਜ਼ਮੀ ਸੌਣ ਤੋਂ ਪਹਿਲਾਂ ਕਰ ਲਈਏ ਤਾਂ ਸਵੇਰੇ ਉੱਠ ਕੇ ਤਰੋ ਤਾਜ਼ਾ ਵੀ ਹੋਵਾਂਗੇ ਤੇ ਪਿਛਲੇ ਤਣਾਅ ਵੀ ਛੰਡੇ ਜਾਣਗੇ। ਤੇ ਇਹ ਖੁਰਾਕ ਫਿਰ ਅਸੀਂ ਗੰਦਗੀ ਖਾਣ ਤੋਂ ਹਟ ਜਾਈਏ, ਬਿਮਾਰੀਆਂ ਹੀ ਨਹੀਂ ਹੋਣਗੀਆਂ, ਵਾਧੂ ਚੀਜ਼ਾਂ ਦੀ ਲੋੜ ਹੀ ਨਹੀਂ ਰਹਿਣੀ। ਜੀ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਜਿਹੜਾ ਜਾਂਦੇ ਜਾਂਦੇ ਸੀ ਨੁਸਖਾ ਦੱਸ ਕੇ ਜਾਂਦੇ ਹੋ, ਇਹ ਸੱਚੀ ਬੜਾ ਕਮਾਲ ਦਾ ਹੈਗਾ। ਪਰ ਇਹੀ ਹੈ ਕਿ ਮਨ ਨੂੰ ਸਮਝਾਵੇ ਕੌਣ, ਇਹ ਟੈਨਸ਼ਨਾਂ ਫਿਰ ਵੀ ਲੈਣੋਂ ਨਹੀਂ ਹਟਦੇ। ਤੇ ਜੇ ਰੋਜ਼ ਰਾਤ ਨੂੰ ਹਰ ਕੋਈ ਇਨਸਾਨ ਸੋਚੇ ਕਿ ਅੱਜ ਮੈਂ ਪੂਰਾ ਦਿਨ ਕੀ ਕੀਤਾ, ਕੀ ਗਲਤ ਕੀਤਾ, ਕੀ ਸਹੀ ਕੀਤਾ, ਤੇ ਉਹਦਾ ਮੰਥਨ ਕਰੀਏ, ਫਿਰ ਸ਼ਾਇਦ ਸਰੀਰ ਨੂੰ ਕੋਈ ਬਿਮਾਰੀ ਨਾ ਲੱਗੇ। ਜੇ ਮਨ ਤੰਦਰੁਸਤ ਤਾਂ ਤਨ ਵੀ ਤੰਦਰੁਸਤ। ਸੋ ਡਾਕਟਰ ਸਾਹਿਬ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਤੇ ਸਿਰੋਲੀਨਾ ਬਾਰੇ ਬਹੁਤ ਹੀ ਵਡਮੁੱਲੀ ਜਾਣਕਾਰੀ ਸਾਨੂੰ ਦੇਣ ਦੇ ਲਈ। ਬਹੁਤ ਸ਼ੁਕਰੀਆ। ਤੇ ਮੇਰਾ ਹਮੇਸ਼ਾ ਵਾਂਗ ਇਹੋ ਸਭਨਾਂ ਲਈ ਅਰਦਾਸ ਹੈ, ਸਮੁੱਚੀ ਮਾਨਵਤਾ ਲਈ ਤੰਦਰੁਸਤ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਖੇੜੇ ਵੰਡੋ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਸੀਂ ਵੀ ਆਪਣਾ ਧਿਆਨ ਰੱਖੋ। ਮਿਲਦੇ ਹਾਂ ਅਗਲੇ ਹਫ਼ਤੇ। ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।